ਸਿੰਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜੁਗੁ ਜੁਗ ਅਟਲ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਵਿੱਤਰ ਅਸਥਾਨਾਂ 'ਤੇ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਆਓ ਸਜੇ ਹੋਏ ਦੀਵਾਨਾਂ ਦੇ ਵਿੱਚ, ਜਿੱਥੇ ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਗੁਰਬਾਣੀ ਦੇ ਪਾਠ, ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕੀਤੇ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਹਨ। ਸਮਾਂ ਹੋਇਆ ਹੈ ਗੁਰ ਸ਼ਬਦ ਦੀ ਲੜੀਵਾਰ ਕਥਾ ਵਿਚਾਰ ਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਨੂੰ ਸਰਵਣ ਕਰਨ ਹਿਤ ਹਾਜ਼ਰੀਆਂ ਲਵਾਈਏ। ਸਾਰੀ ਸੰਗਤ ਇਕਾਗਰ ਚਿਤ ਹੋ ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰ ਜੇ ਮਿਲੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 46 ਦੇ ਉੱਤੇ ਇਹ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸੁਭਾਏਮਾਨ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਜੋ ਪਹਿਲਾ ਰਾਗ ਹੈ 31 ਰਾਗਾਂ ਦੇ ਵਿੱਚੋਂ, ਉਸ ਦੇ ਅੰਦਰ ਮਹੱਲਾ ਪੰਜਵਾਂ। ਮਹੱਲਾ ਪੰਜਵਾਂ ਤੋਂ ਭਾਵ ਪੰਚਮ ਪਾਤਸ਼ਾਹ। ਮਹੱਲਾ ਦਾ ਅਰਥ ਜਿਵੇਂ ਅਰਬੀ ਦੇ ਵਿੱਚ ਸਾਧ ਸੰਗਤ ਸਰੂਪ ਕਰਦੇ ਹਨ, ਅਤੇ ਵਾਹਿਗੁਰੂ ਅਰਬੀ ਦੇ ਵਿੱਚ ਜੋ ਮਹੱਲਾ ਹੈ ਨਾ, ਤੇ ਇੱਕ ਸੰਸਕ੍ਰਿਤ, ਦੋ ਅਰਥ ਜਿਹੜੇ ਮੁੱਖ ਰੂਪ ਦੇ ਵਿੱਚ ਵਿਦਵਾਨ ਕਰਦੇ। ਅਰਬੀ 'ਚ ਪਾਤਸ਼ਾਹ ਨੂੰ ਮਹੱਲਾ ਕਹਿੰਦੇ ਨੇ, ਤੇ ਸੰਸਕ੍ਰਿਤ ਦੇ ਵਿੱਚ ਸਰੂਪ ਨੂੰ ਮਹੱਲਾ ਕਹਿੰਦੇ ਨੇ। ਇੱਥੇ ਭਾਵ ਇਹ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜੋਤ ਦੇ ਮਾਲਕ ਪੰਜਵੇਂ ਪਾਤਸ਼ਾਹ ਜਾਂ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪੂਰੇ ਗੁਰੂ ਦੀ ਮਹਿਮਾ ਹੈ ਇਸ ਸ਼ਬਦ ਦੇ ਵਿੱਚ। ਪੂਰਾ ਸਤਿਗੁਰ ਜੇ ਮਿਲੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ, ਭਾਈ ਗੁਰਸਿੱਖੋ, ਜੇ ਪੂਰਨ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਮਿਲਾਪ ਹੋ ਜਾਵੇ, ਜੇ ਗੁਰੂ ਪੂਰੇ ਦੀ ਸੰਗਤ ਪ੍ਰਾਪਤ ਹੋ ਜਾਵੇ, ਪਾਈਐ ਸ਼ਬਦ ਨਿਧਾਨ, ਤਾਂ ਪੂਰਨ ਸਤਿਗੁਰਾਂ ਦੇ ਕੋਲੋਂ ਜੋ ਸ਼ਬਦ ਹੈ ਮਹਾਰਾਜ ਦਾ, ਜੋ ਸਭ ਪਦਾਰਥਾਂ ਦਾ ਨਿਧਾਨ ਖਜ਼ਾਨਾ ਹੈ, ਗੁਰਾਂ ਦਾ ਸ਼ਬਦ, ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ ਪੂਰਨ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ, ਕਿਉਂਕਿ ਪੂਰਾ ਗੁਰੂ ਪਾਰ ਲਾ ਦਿੰਦਾ ਹੈ। ਸਾਧ ਸੰਗਤ ਜੀ, ਪੂਰੇ ਜੇ ਲਿਖਿਆ ਹੈ ਤਾਂ ਇਹਦਾ ਮਤਲਬ ਹੈ ਵੀ ਅਧੂਰੇ ਵੀ ਹੁੰਦੇ ਹੋਣਗੇ। ਜੇ ਨਾ ਹੁੰਦੇ ਤਾਂ ਸਿੱਧਾ ਹੀ ਮਹਾਰਾਜ ਨੇ ਸਤਿਗੁਰ ਸ਼ਬਦ ਹੀ ਲਿਖ ਦੇਣਾ ਸੀ ਨਾ। ਜੇ ਪੂਰਾ ਲਿਖਿਆ ਇਹਦਾ ਭਾਵ ਅਧੂਰੇ ਵੀ ਹਨ। ਉਦਾਹਰਣ ਦੇ ਕੇ ਗੁਰਮੁਖ ਸਮਝਾਉਂਦੇ ਆ ਵੀ ਪੂਰੇ ਸਤਿਗੁਰ ਤੇ ਅਧੂਰੇ ਸਤਿਗੁਰ 'ਚ ਕੀ ਫਰਕ ਹੈ। ਕਹਿੰਦੇ ਵੀ ਜਿਸ ਪ੍ਰਕਾਰ ਦੇ ਨਾਲ ਮਲਾਹ ਨਦੀ ਤੋਂ ਬੇੜੀ ਨੂੰ ਜੋ ਠੇਲ ਕਰਕੇ ਚੱਪੂ ਚਲਾ ਕੇ ਪਾਰ ਕਰਦਾ ਹੈ, ਇੱਕ ਮਲਾਹ ਉਹ ਹੈ ਜਿਹਨੂੰ ਨੇਤਰਾਂ ਤੋਂ ਦਿਖਦਾ ਹੀ ਨਹੀਂ ਹੈ, ਨੇਤਰਹੀਣਾ ਹੈ। ਬੇੜੀ ਦੇ ਵਿੱਚ ਬੈਠ ਕੇ ਆਖੇ ਵੀ ਆਓ ਤੁਹਾਨੂੰ ਮੈਂ ਪਾਰ ਕਰ ਦੇਵਾਂ, ਉਹ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਤਾਂ ਆਪ ਦੂਸਰਾ ਕਿਨਾਰਾ ਨਹੀਂ ਦਿਖਦਾ, ਤੇ ਬਾਕੀ ਸਾਥੀਆਂ ਨੂੰ ਦੂਸਰੇ ਕਿਨਾਰੇ ਕਿਵੇਂ ਲਾਵੇਗਾ।
ਇੱਕ ਦੂਸਰੇ ਉਹ ਮਲਾਹ ਹੁੰਦੇ ਹਨ ਜਿਸ ਮਲਾਹ ਨੂੰ ਅੱਖਾਂ ਤੋਂ ਦਿਖਦਾ ਹੈ, ਦੂਜਾ ਕਿਨਾਰਾ ਵੀ ਸਾਫ਼ ਦਿਖ ਰਿਹਾ ਏ, ਪਰ ਉਹਦੇ ਪੈਰ ਹੈ ਨਹੀਂ ਹੈ, ਪੈਰਾਂ ਤੋਂ ਪਿੰਗਲਾ ਹੈ। ਪਿੰਗਲਾ ਹੋਣ ਕਰਕੇ ਤੇ ਉਹ ਆਪ ਚੱਲ ਕਰਕੇ ਪਹੁੰਚ ਨਹੀਂ ਸਕਦਾ ਬੇੜੀ ਤੀਕਰ, ਹੋਰਾਂ ਨੂੰ ਬਿਠਾ ਕੇ ਉਹਨੇ ਕੀ ਪਾਰ ਕਰਨਾ। ਦੂਜੇ ਉਹ ਪਿੰਗਲਾ ਮਲਾਹ ਹੁੰਦਾ ਹੈ ਜਿਹਨੂੰ ਕਿਨਾਰਾ ਤਾਂ ਨਜ਼ਰ ਆਉਂਦਾ ਪਰ ਚੱਲ ਕੇ ਉੱਥੇ ਜਾ ਨਹੀਂ ਸਕਦਾ ਤੈਰ ਕੇ। ਤੀਸਰਾ ਮਲਾਹ ਉਹ ਹੈ ਜਿਹਦੇ ਅੰਗ ਪ੍ਰਤੰਗ ਵੀ ਸਾਬਤ ਨੇ, ਦਿਖਦਾ ਵੀ ਹੈ ਅਤੇ ਪਿੰਗਲ ਵੀ ਨਹੀਂ ਹੈ। ਦੂਜਾ ਕਿਨਾਰਾ ਦਿਖਦਾ, ਬੇੜੀ ਦੇ ਵਿੱਚ ਬਿਠਾ ਕਰਕੇ ਤੇ ਅਨੇਕਾਂ ਪੂਰਾਂ ਦੇ ਪੂਰਾਂ ਨੂੰ ਪਾਰ ਕਰਾ ਦਿੰਦਾ ਹੈ ਨਦੀ ਤੋਂ। ਇਸੇ ਪ੍ਰਕਾਰ ਹੀ ਗੁਰੂ ਬਾਬਤ ਕਿਹਾ ਹੈ। ਤਿੰਨ ਤਰ੍ਹਾਂ ਦੇ ਇਸੇ ਤਰ੍ਹਾਂ ਗੁਰੂ ਹਨ। ਇੱਕ ਸਾਧ ਸੰਗਤ ਜੀ ਉਹ ਗੁਰੂ ਹਨ ਜਿਨ੍ਹਾਂ ਨੂੰ ਅਵਧੂਤ ਗੁਰੂ ਕਹਿੰਦੇ ਨੇ, ਜਿਨ੍ਹਾਂ ਦੇ ਵਿਵੇਕ ਅਤੇ ਗਿਆਨ ਰੂਪੀ ਅੱਖਾਂ ਤੋਂ ਰਹਿਤ ਅੰਨੇ ਹਨ। ਉਹ ਕੋਈ ਵਿਦਿਆ ਪੜ੍ਹੀ ਨਹੀਂ, ਉਹ ਕੋਈ ਸੰਗਤ ਕੀਤੀ ਨਹੀਂ, ਪਰ ਸੁਣ ਸੁਣਾ ਕੇ ਥੋੜ੍ਹਾ ਬਹੁਤ ਪਤਾ ਲੱਗ ਗਿਆ ਤੇ ਪਰ ਆਪ ਪਰਲਾ ਕਿਨਾਰਾ ਨਹੀਂ ਦਿਖਦਾ। ਮੁਕਤੀ ਰੂਪੀ ਕਿਨਾਰਾ ਆਪ ਨਾ ਮੁਕਤ ਹੈ। ਤੇ ਜਿਹੜਾ ਐਸਾ ਅਵਧੂਤ ਗੁਰੂ ਹੈ ਜਿਹਨੂੰ ਆਪ ਨਹੀਂ ਮੁਕਤੀ ਰੂਪ ਕਿਨਾਰਾ ਦਿਖਦਾ, ਉਹ ਸੁਣ ਸੁਣਾ ਕੇ ਥੋੜ੍ਹਾ ਬਹੁਤ ਗਿਆਨ ਹੋ ਗਿਆ। ਅੱਖਾਂ ਦੇ ਹੁੰਦਿਆਂ ਵੀ ਵਿਵੇਕ ਤੇ ਗਿਆਨ ਦੀਆਂ ਅੱਖਾਂ ਤੋਂ ਬਗੈਰ, ਰੌਸ਼ਨੀ ਤੋਂ ਬਗੈਰ ਅੰਦਰੋਂ ਅੰਨਾ ਅਗਿਆਨੀ ਹੈ। ਉਹ ਵੀ ਜੀਵਾਂ ਦੇ ਤਾਈਂ ਪਰਲੇ ਕਿਨਾਰੇ 'ਤੇ ਨਹੀਂ ਲਾ ਸਕਦਾ, ਭਾਵ ਜੀਵਾਂ ਨੂੰ ਮੁਕਤ ਨਹੀਂ ਕਰ ਸਕਦਾ। ਦੂਸਰੇ ਗੁਰੂ ਉਹ ਹਨ ਜਿਹੜੇ ਵਿਦਿਆ 'ਤੇ ਬਹੁਤ ਪੜ੍ਹੇ ਹੋਏ ਨੇ, ਵਿਦਵਾਨ ਨੇ, ਪਰ ਆਪ ਉਸ ਮਾਰਗ 'ਤੇ ਚੱਲਣ ਵੱਲੋਂ ਪਿੰਗਲੇ ਹਨ। ਆਪ ਤਾਂ ਬਹੁਤ ਪੜ੍ਹਾਈ ਕੀਤੀ, ਵਿਦਵਾਨ ਨੇ, ਹੋਰਾਂ ਨੂੰ ਉਪਦੇਸ਼ ਵੀ ਦਿੰਦੇ ਨੇ। ਉਹ ਸਾਹਮਣੇ ਕਿਨਾਰਾ ਵੀ ਕਹਿੰਦੇ ਸਾਨੂੰ ਦਿਖਦਾ ਹੈ, ਪਰ ਚੱਲ ਕੇ ਪਾਰ ਕਿਵੇਂ ਹੋਣਾ। ਆਪ ਉਸ ਮਾਰਗ 'ਤੇ ਚੱਲੇ ਨਾ ਹੋਣ ਕਰਕੇ, ਵਿਦਵਾਨ ਹੋਣ ਤੋਂ ਬਾਵਜੂਦ ਕਮਾਈ ਨਾ ਕੀਤੀ, ਅਭਿਆਸ ਨਾ ਕੀਤਾ, ਤਾਂ ਕਹਿੰਦੇ ਇਸ ਕਰਕੇ ਆਪ ਵੀ ਪਾਰ ਨਹੀਂ ਹੋਏ। ਦੱਸੀ ਤਾਂ ਦੁਨੀਆ ਨੂੰ ਜਾਂਦੇ ਆ ਪਰ ਕਿਸੇ ਨੂੰ ਉਹ ਪਾਰ ਨਹੀਂ ਲਾ ਸਕਦੇ। ਤੀਸਰੇ ਉਹ ਪੂਰੇ ਸਤਿਗੁਰੂ ਸਾਹਿਬ ਜੀ ਹਨ ਜਿਹੜੇ ਸੰਸਾਰ ਦੇ ਜੀਵਾਂ ਨੂੰ ਪੂਰਾਂ ਦੇ ਪੂਰਨ ਸਤਿਗੁਰੂ ਸਾਹਿਬ ਆਪ ਵੀ ਮੁਕਤ ਹਨ। ਕਹਿੰਦੇ ਵੀ ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਆਪ ਵੀ ਮੁਕਤ ਹਨ ਅਤੇ ਸਾਨੂੰ ਸੰਸਾਰੀ ਜੀਵਾਂ ਨੂੰ ਵੀ ਪਾਰ ਕਰ ਦੇਣਗੇ ਮੁਕਤੀ ਰੂਪੀ ਕਿਨਾਰੇ 'ਤੇ। ਉਹ ਪੂਰਨ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ ਸਤਿਗੁਰੂ ਸਾਹਿਬ ਹਨ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਵੀ ਹੈ, ਜਿਨ੍ਹਾਂ ਨੇ ਬ੍ਰਹਮ ਬਾਰਬਤ ਪਰਮੇਸ਼ਰ ਦੀ ਵਡਿਆਈ ਸੁਣੀ ਵੀ ਹੈ, ਆਪ ਅਭਿਆਸ ਵੀ ਕਰਦੇ ਹਨ ਅਤੇ ਅਨੇਕਾਂ ਜੀਵਾਂ ਨੂੰ ਗਿਆਨ ਬਖਸ਼ ਕੇ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ 'ਤੇ ਪਾਰ ਕਰੀ ਜਾਂਦੇ ਨੇ। ਐਸੇ ਸਤਿਗੁਰੂ ਪੂਰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ। ਜਿੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬ੍ਰਹਮ ਦੇ ਜਾਣਨ ਹਾਰੇ ਹਨ, ਉੱਥੇ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਕਮਾਈ ਵੀ ਬਹੁਤ ਕੀਤੀ। ਸਤਿਗੁਰੂ ਸਾਹਿਬ ਜੀ ਨੇ ਤਪ ਬੰਦਗੀ ਬਹੁਤ ਕੀਤੀ। ਕਰਤਾਰਪੁਰ ਸਾਹਿਬ ਦੀ ਜਿੰਨੀ ਹੱਦ ਸੀ, ਇਸ ਹੱਦ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਪਰਿਕਰਮਿਆਂ ਕਰਦੇ ਰਹਿੰਦੇ, ਸਿਮਰਨ ਕਰਦੇ। ਰਾਵੀ ਦੇ ਕਿਨਾਰੇ ਦੇ ਸਤਿਗੁਰਾਂ ਨੇ ਕਰੋੜਾਂ ਦੀ ਛੇਜ ਵੀ ਵਸਾਈ ਹੋਈ ਸੀ। ਉੱਥੇ ਜਾ ਕੇ ਕਈ ਵਾਰ ਚੌਂਕੜਾ ਮਾਰ ਕੇ ਬੈਠ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤਾਂ ਇੱਥੋਂ ਤੀਕਰ ਲਿਖਿਆ ਹੈ ਵੀ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੀ ਕਲਿਆਣ ਕਰਨ ਆਉਣ ਤੋਂ ਪਹਿਲਾਂ ਪਾਤਸ਼ਾਹ ਨੇ 36 ਯੁੱਗ ਸਿਮਰਨ ਅਭਿਆਸ ਕੀਤਾ ਵਾਹਿਗੁਰੂ ਮੰਤਰ ਦਾ, ਫੇਰ ਮਹਾਰਾਜ ਜਗਤ ਦੀ ਕਲਿਆਣ ਵਾਸਤੇ ਆਏ। ਕਹਿੰਦੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਇੱਕ ਵਾਹਿਗੁਰੂ ਦਾ ਜੋ ਅੱਖਰ ਹੈ, 4 ਅੱਖਰ ਨੇ, ਤੇ ਸਤਿਗੁਰਾਂ ਨੇ ਕਲਪ ਕਲਪ ਪ੍ਰਤੀ ਅਖਿਅਸ਼ਰ ਕਹੀ। ਕਲਪ ਹੁੰਦਾ 9 ਯੁੱਗਾਂ ਦੇ ਸਮੇਂ ਨੂੰ ਕਲਪ ਕਹਿੰਦੇ ਨੇ। ਤੇ ਇੱਕ ਇੱਕ ਵਾਹਿਗੁਰੂ ਦਾ ਜੋ ਸ਼ਬਦ ਹੈ, ਵਵਾ ਹਾਹਾ ਗੱਗਾ ਰਾਰਾ, ਇੱਕ ਇੱਕ ਅੱਖਰ ਤੇ 9 ਯੁੱਗ ਗੁਰੂ ਨਾਨਕ ਦੇਵ ਮਹਾਰਾਜ ਨੇ ਅਭਿਆਸ ਕੀਤਾ। ਕਲਪ ਕਲਪ ਪ੍ਰਤੀ ਅਖਿਅਸ਼ਰ ਕਹੀ। ਗੁਰੂ ਨਾਨਕ ਜਪਿਓ ਸਹੀ, ਮਹਾਰਾਜ ਨੇ ਸਹੀ ਸਿੱਧ ਕਰਨ ਦੇ ਲਈ ਇਸ ਮੰਤਰ ਦਾ ਅਭਿਆਸ ਕੀਤਾ ਗੁਰੂ ਨਾਨਕ ਦੇਵ ਸਾਹਿਬ ਨੇ। ਇਵੇਂ ਸਤਿਗੁਰਾਂ ਨੇ 36 ਯੁੱਗ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਅਭਿਆਸ ਜਗਤ ਗੁਰੂ ਨਾਨਕ ਦੇਵ ਸਾਹਿਬ ਨੇ ਕੀਤਾ।
ਫੇਰ ਸਾਡੀ ਕਲਿਆਣ ਵਾਸਤੇ ਆਏ। ਜਿਹੜੇ ਮਹਾਰਾਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜਾਂ ਹੀ ਵਿਕਾਰਾਂ ਤੋਂ ਉੱਪਰ ਹਨ। ਸਤਿਗੁਰੂ ਸਾਹਿਬ ਜੀ ਦੇ ਉੱਤੇ ਕਿਸੇ ਤਰ੍ਹਾਂ ਦਾ ਵਿਕਾਰਾਂ ਦਾ ਪ੍ਰਭਾਵ ਨਹੀਂ ਪਿਆ, ਕਿਉਂਕਿ ਜਿਹੜੇ ਵਿਕਾਰ ਨੇ ਨਾ ਇਹ ਵੱਡੇ ਵੱਡੇ ਅਖਵਾਉਣ ਵਾਲਿਆਂ ਨੂੰ ਗਰਕ ਕਰ ਦਿੰਦੇ ਨੇ। ਤਾਈਓ ਸਤਿਗੁਰਾਂ ਨੇ ਕਹਿ ਦਿੱਤਾ ਨਾ ਵੀ ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਰੇ। ਕਹਿੰਦੇ ਇਹੋ ਜਿਹਾ ਕਿਹੜਾ ਬਲੀ ਹੈ ਜਿਹਨੇ ਸਾਧ ਸੰਗਤ ਨਾਲ ਮਿਲ ਕੇ ਜਾਂ ਪਰਮੇਸ਼ਰ ਨਾਲ ਸੁਰਤ ਜੋੜ ਕੇ ਤੇ ਪੰਜ ਜਿਹੜੇ ਬਲੀ ਹਨ ਇਹਨਾਂ ਨੂੰ ਕਹਿੰਦੇ ਕਾਬੂ ਕੀਤਾ ਹੋਵੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਜਿਹਨੇ ਕਹਿੰਦੇ ਵੀ ਪੰਜੇ ਹੀ ਮਾਰ ਕੇ ਖਤਮ ਕਰ ਦਿੱਤੇ ਨੇ ਨਾ। ਕਾਮ ਦਾ ਫੁਰਨਾ ਨਹੀਂ ਉੱਠਦਾ, ਕ੍ਰੋਧ ਨਹੀਂ ਹੈ, ਲੋਭ ਦੀਆਂ ਤਰੰਗਾਂ ਨਹੀਂ ਹੈ, ਹੰਕਾਰ ਨਹੀਂ ਹੈ, ਅਤੇ ਫਿਰ ਇਸੇ ਤਰ੍ਹਾਂ ਮੋਹ ਨਹੀਂ ਹੈ ਪਦਾਰਥਾਂ ਸਰੀਰਾਂ ਦਾ। ਉਹ ਕਲਯੁਗ ਵਿੱਚ ਪੂਰਾ ਹੈ। ਜਿਵੇਂ ਕੋਈ ਬਿਛੂ ਵੇਚ ਰਿਹਾ ਸੀ, ਦੋ ਬਿਛੂ ਸਨ। ਕਹਿਣ ਲੱਗਾ ਵੀ ਆ ਬਿਛੂ ਦਾ ਕੀ ਮੁੱਲ ਹੈ? ਉਹ ਕਹਿੰਦਾ ਛੋਟੇ ਦਾ ਕਿ ਵੱਡੇ ਦਾ? ਕਹਿੰਦੇ ਦੋਹਾਂ ਦਾ ਦੱਸ ਦੇ। ਕਹਿੰਦਾ ਭਾਵੇਂ ਛੋਟਾ ਲੈ ਲੈ ਭਾਵੇਂ ਵੱਡਾ ਲੈ ਲੈ, ਡੰਗ ਇੱਕੋ ਜਿਹੀ ਮਾਰਦੇ ਨੇ। ਭਾਵੇਂ ਕਾਮ ਹੋਵੇ, ਭਾਵੇਂ ਕ੍ਰੋਧ ਹੋਵੇ, ਭਾਵੇਂ ਲੋਭ ਹੋਵੇ, ਜੀਵ ਦਾ ਜੀਵਨ ਇਹ ਸਾਰੇ ਇੱਕੋ ਜਿਹੇ ਹੀ ਗਰਕ ਕਰਦੇ ਹਨ। ਇਹਨਾਂ ਦੇ ਕਾਬੂ ਪਾਉਣ ਵਾਲਾ ਪੂਰਾ ਹੈ। ਤੇ ਉਹ ਪੂਰਨ ਕੌਣ ਹਨ? ਜਿਹੜਾ ਪੂਰਨ ਕਬਹੂ ਨਾ ਡੋਲਤਾ, ਜਿਹੜਾ ਪੂਰਾ ਹੈ ਨਾ ਉਹ ਕਦੀ ਸਾਧ ਸੰਗਤ ਜੀ ਡੋਲਦਾ ਨਹੀਂ, ਡਿੱਕੋ ਡੋਲੇ ਨਹੀਂ ਖਾਂਦਾ ਪਦਾਰਥਾਂ ਦੇ ਵਿੱਚ। ਉਹ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਤੇ ਜਿਨ੍ਹਾਂ ਨੂੰ ਪੰਚਮ ਪਾਤਸ਼ਾਹ ਜੀ ਕਹਿੰਦੇ ਹਨ ਪੂਰਨ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਮਿਲੇ ਨੇ। ਜਿਵੇਂ ਵੇਖੋ ਹੋਰ ਵੀ ਗੁਰੂ ਸਨ ਕਿੰਨੇ ਸੰਸਾਰ ਦੇ ਵਿੱਚ, ਜਿਸ ਪ੍ਰਕਾਰ ਦੇ ਨਾਲ ਵਸਿਸ਼ਟ ਜੀ ਬਹੁਤ ਵੱਡੇ ਗਿਆਨਵਾਨ ਮੰਨੇ ਹਨ। ਵਸਿਸ਼ਟ ਦੇ ਕੋਲੋਂ ਅੱਗੇ ਰਾਮਚੰਦਰ ਨੇ ਉਪਦੇਸ਼ ਲਿਆ, ਪਰ ਜਦੋਂ ਵਿਸ਼ਵਾਮਿੱਤਰ ਨੇ 100 ਪੁੱਤਰ ਇਹਦਾ ਮਾਰਤਾ ਨਾ, ਤੇ ਉਸ ਵੇਲੇ ਫਿਰ ਆਪ ਉਹਨਾਂ ਦੇ ਵਿਜੋਗ ਵਿੱਚ ਸਤਲੁਜ ਦਰਿਆ ਦੇ ਵਿੱਚ ਬਿਆਸ ਦਰਿਆ 'ਚ ਡੁੱਬ ਕੇ ਮਰਨ ਲੱਗਾ ਸੀ। ਪਹਾੜ ਤੋਂ ਡਿੱਗ ਕੇ ਆਪਣੀ ਜਾਨ ਦੇਣ ਲੱਗਾ ਸੀ। ਇੰਨਾ ਦੁਖੀ ਹੋ ਗਿਆ ਆਪਣੇ ਪੁੱਤਰਾਂ ਦੇ ਵਿਜੋਗ ਕਰਕੇ। ਉਹ ਗੁਰੂ ਸੀ। ਉਂਝ ਉਪਦੇਸ਼ ਰਾਮਚੰਦਰ ਨੂੰ ਵੀ ਦਿੱਤਾ, ਪਰ ਆਪਣੇ 100 ਪੁੱਤਰ ਮਰਨੇ ਤੋਂ ਦੁਖੀ ਹੋ ਗਿਆ। ਪਰ ਦੂਜੇ ਪਾਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਕਲਗੀਧਰ ਸਾਹਿਬ ਪੂਰਨ ਪਾਤਸ਼ਾਹ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ ਤੇ ਵੀ ਰੱਬ ਦਾ ਸ਼ੁਕਰਾਨਾ ਕਰਦੇ ਵੀ ਤੇਰੀ ਦਾਤ ਹੈ। ਇਸ ਤਰ੍ਹਾਂ ਪੂਰਾ ਅਖਵਾਉਣਾ ਤੇ ਪੂਰਾ ਹੋਣਾ ਸਾਧ ਸੰਗਤ, ਇਹਨਾਂ ਦੋਵਾਂ ਦੇ ਵਿੱਚ ਫਰਕ ਹੈ। ਇਹ ਪੂਰੇ ਅਖਵਾਉਣ ਵਾਲੇ ਤਾਂ ਬਹੁਤ ਹਨ, ਪਰ ਪੂਰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹੀ ਨੇ ਪੂਰਾ ਸਤਿਗੁਰ ਜੇ ਮਿਲੈ। ਐਸੇ ਜੇ ਪੂਰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਿਲ ਜਾਣ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਪਾ ਲਈਏ। ਪਾਈਐ ਸ਼ਬਦ ਨਿਧਾਨ। ਤਾਂ ਸਤਿਗੁਰਾਂ ਦੇ ਕੋਲੋਂ ਜੋ ਸ਼ਬਦ ਹੈ, ਜੋ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਜੋ ਨਿਧਾਨ ਖਜ਼ਾਨਾ ਹੈ ਸਭ ਸੁੱਖਾਂ ਦਾ ਗੁਣਾਂ ਦਾ, ਉਹ ਵਾਹਿਗੁਰੂ ਦਾ ਨਾਮ ਪੂਰਨ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੁੰਦਾ। ਕਿਉਂਕਿ ਸਤਿਗੁਰੂ ਹੀ ਹਨ ਜਿਹੜੇ ਆਖਣਗੇ ਸਿੱਖਾ ਕਮਾਈ ਕਰਿਆ ਕਰ, ਨਾਮ ਜਪਿਆ ਕਰ। ਬਹੁਤੇ ਨਕਲੀ ਗੁਰੂ ਜਿਹੜੇ ਹਨ ਉਹ ਮੱਥਾ ਟਿਕਾ ਕੇ ਬਸ ਕਹਿਣਗੇ ਤੁਹਾਡੀ ਕਲਿਆਣ ਕਰ ਦਿੱਤੀ, ਬਸ ਤੁਹਾਡਾ ਭਲਾ, ਅਸੀਂ ਤੁਹਾਡੇ ਵੱਲ ਨਹੀਂ। ਸਤਿਗੁਰੂ ਸਾਹਿਬ ਸਿੱਖਾਂ ਦਾ ਜੀਵਨ ਸੁਧਾਰਦੇ ਨੇ। ਸਿੱਖਾਂ ਦੇ ਜੀਵਨ ਨੂੰ ਮਹਾਰਾਜ ਸਾਹਿਬ ਜੀ ਚੰਗਾ ਬਣਾਉਣ ਵਾਸਤੇ ਆਏ ਹਨ। ਨਹੀਂ ਤੇ ਗੁਰੂ ਨਾਨਕ ਦੇਵ ਸਾਹਿਬ ਵੀ ਕਹਿ ਹੀ ਸਕਦੇ ਸਨ ਕਿ ਕੋਈ ਨਹੀਂ ਸਿੱਖੋ, ਜੋ ਕਰਨਾ ਕਰੀ ਜਾਓ, ਅਸੀਂ ਤੁਹਾਡੀ ਕਲਿਆਣ ਕਰ ਦਾਂਗੇ। ਸਤਿਗੁਰਾਂ ਨੇ ਕਹਿ ਦਿੱਤਾ ਨਾਮ ਜਪਣਾ ਹੀ ਪਊਗਾ, ਕਲਿਆਣ ਤਾਂ ਹੋਵੇਗੀ ਜੇ ਪੂਰਨ ਸਤਿਗੁਰੂ ਨਾਨਕ ਸਾਹਿਬ ਪ੍ਰਾਪਤ ਹੋ ਜਾਣ। ਮਹਾਰਾਜ ਕੋਲੋਂ ਪਰਮੇਸ਼ਰ ਦਾ ਨਾਮ ਸ਼ਬਦ ਖਜ਼ਾਨਾ ਪਾ ਲਈਦਾ ਹੈ। ਕਰ ਕਿਰਪਾ ਪ੍ਰਭ ਆਪਣੀ। ਤੇ ਫਿਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਵਾਹਿਗੁਰੂ ਅੱਗੇ ਬੇਨਤੀ ਵੀ ਕਰਦਾ ਰਹੇ ਨਾਲ ਦੀ ਨਾਲ। ਇਹ ਨਹੀਂ ਵੀ ਜੇ ਹੁਣ ਉਪਦੇਸ਼ ਲੈ ਲਿਆ ਤੇ ਆਖੇ ਵੀ ਪਤਾ ਨਹੀਂ ਮੈਂ ਕੀ ਆ। ਬੇਨਤੀ ਇਹ ਕਰੇ ਵੀ ਹੇ ਪ੍ਰਭੂ ਪਰਮੇਸ਼ਰ ਮਾਲਕ ਆਪਣੀ ਕਿਰਪਾ ਕਰ, ਹੇ ਵਾਹਿਗੁਰੂ ਸਾਡੇ ਤੇ ਆਪਣੀ ਰਹਿਮਤ ਰੱਖ। ਜਪੀਐ ਅੰਮ੍ਰਿਤ ਨਾਮ। ਜੋ ਅਸੀਂ ਗੁਰੂ ਦੀ ਸ਼ਰਨ ਪੈ ਕੇ ਗੁਰਾਂ ਦੁਆਰਾ ਤੇਰੇ ਅੰਮ੍ਰਿਤ ਨਾਮ ਨੂੰ ਹੀ ਜਪਦੇ ਰਹੀਏ, ਤੇਰੇ ਨਾਮ ਦਾ ਅਭਿਆਸ ਕਰੀਏ, ਇਹ ਰਹਿਮਤ ਤੂੰ ਕਰ। ਤੇਰੀ ਰਹਿਮਤ ਦਾ ਸਦਕਾ ਤੇਰੇ ਸਰੂਪ ਸਤਿਗੁਰਾਂ ਦੁਆਰਾ ਨਾਮ ਅਭਿਆਸ, ਨਾਮ ਦੀ ਕਮਾਈ ਕਰ ਸਕੀਏ। ਇਹ ਸਾਡੇ ਤੇ ਤਰਸ ਕਰ ਲੈ। ਜਨਮ ਮਰਨ ਦੁਖ ਕਾਟੀਐ। ਤੇ ਜੰਮਣ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ।
ਜੰਮਣ ਮਰਨ ਦੇ ਸਭ ਤੋਂ ਵੱਡੇ ਸਾਧ ਸੰਗਤ ਕਸ਼ਟ ਹਨ, ਤੇ ਜਨਮ ਤੋਂ ਲੈ ਕੇ ਮਰਨ ਤੀਕਰ ਵੀ ਜਿੰਨੇ ਦੁੱਖ ਸਾਨੂੰ ਵਿਆਪਦੇ ਹਨ, ਉਹ ਸਾਰੇ ਜੀਵਨ ਕਾਲ ਦੇ ਦੁੱਖ ਅਤੇ ਫਿਰ ਵਾਰ-ਵਾਰ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ, ਇਹ ਸਾਰਾ ਹੀ ਮਹਾਰਾਜ ਨਾਮ ਦਾ ਅਭਿਆਸ ਕਰਾ ਕੇ ਗੁਰਾਂ ਦੇ ਸ਼ਰਨ ਪਾ ਕੇ ਸਾਡੇ ਕੱਟ ਦੇਵੋ। ਲਾਗੈ ਸਹਿਜ ਧਿਆਨ, ਤਾਂ ਕਿ ਸਾਡਾ ਸਹਿਜ ਦੁਆਰਾ ਸਹਿਜੇ ਹੀ, ਸਹਿਜ ਦਾ ਅਰਥ ਹੈ ਸ਼ਾਂਤੀ, ਕਿ ਵੀ ਸ਼ਾਂਤੀ ਦੇ ਨਾਲ ਧਿਆਨ ਲੱਗਿਆ ਰਹੇ ਹਰ ਸਮੇਂ ਸੁਰਤ ਤੁਹਾਡੇ ਚਰਨਾਂ ਦੇ ਵਿੱਚ ਜੁੜੀ ਰਹੇ। ਜਾਂ ਲਾਗੈ ਸਹਿਜ ਧਿਆਨ, ਸਹਿਜ ਕੀ ਆ? ਗਿਆਨ ਦੁਆਰਾ, ਵੀ ਗਿਆਨ ਹਾਸਲ ਕਰਕੇ ਮਹਾਰਾਜ ਗਿਆਨ ਦੁਆਰਾ ਤੁਹਾਡੇ ਸਰੂਪ ਵਿੱਚ ਧਿਆਨ ਲੱਗ ਜਾਵੇ। ਜਾਂ ਸਹਿਜ ਨਾਮ ਸਰੂਪ ਦਾ ਵੀ ਹੈ, ਵੀ ਆਪ ਜੀ ਦਾ ਜੋ ਸਹਿਜ ਸਰੂਪ ਹੈ ਉਹਦੇ ਵਿੱਚ ਮਹਾਰਾਜ ਸਾਡਾ ਧਿਆਨ ਲੱਗਾ ਰਹੇ, ਸਾਡਾ ਖਿਆਲ ਤੁਹਾਡੇ ਵੱਲ ਹੀ ਰਹੇ ਹਰ ਸਮੇਂ। ਜਿੱਥੇ ਜਾਈਏ ਸਾਨੂੰ ਇੱਕ ਗੱਲ ਦਾ ਚੇਤਾ ਰਹੇ ਵੀ ਮੇਰੇ ਨਾਲ ਪਰਮੇਸ਼ਰ ਹੈ, ਮੈਨੂੰ ਵਾਹਿਗੁਰੂ ਵੇਖ ਰਿਹਾ, ਮੈਂ ਚੰਗੇ ਕਰਮ ਕਰਾਂ, ਮੈਂ ਮਾੜੇ ਕਰਮ ਕਰਾਂ, ਧਰਮ ਦੀ ਕਿਰਤ ਕਰਾਂ, ਚੋਰੀ ਕਰਾਂ, ਕੋਈ ਐਬ ਕਰਾਂ, ਵਾਹਿਗੁਰੂ ਹਰ ਵੇਲੇ ਮੇਰੇ ਨਾਲ ਹੈ, ਤੇ ਪਰਮੇਸ਼ਰ ਮੇਰੀਆਂ ਚੰਗੀਆਂ ਮਾੜੀਆਂ ਸਭ ਤਰ੍ਹਾਂ ਦੀਆਂ ਕਰਤੂਤਾਂ ਤੋਂ ਜਾਣੂ ਹੈ। ਇੱਦਾਂ ਦਾ ਸਾਡਾ ਧਿਆਨ ਲੱਗੇ ਵੀ ਸਾਡੇ ਮਨ ਵਿੱਚ ਤੁਹਾਡਾ ਡਰ ਵਸ ਜਾਵੇ। ਸਾਧ ਸੰਗਤ ਜੀ, ਰੱਬ ਦਾ ਡਰ ਵਸ ਜਾਣਾ ਹੈ ਨਾ ਜੋ, ਇਹ ਸਮਝ ਲਓ ਵੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ। ਜਿਨ੍ਹਾਂ ਬੰਦਿਆਂ ਦੇ ਅੰਦਰ ਰੱਬ ਦਾ ਡਰ ਘਰ ਕਰ ਗਿਆ, ਜਿਹੜੇ ਰੱਬ ਤੋਂ ਡਰਨ ਲੱਗ ਪਏ, ਉਹਨਾਂ ਦਾ ਜੀਵਨ ਫਿਰ ਮੰਨੋ ਵੀ ਸੱਚਖੰਡ ਹੀ ਹੈ, ਉਹੀ ਜੀਵਨ ਮੁਕਤ ਹੈ। ਕਿਉਂਕਿ ਰੱਬ ਤੋਂ ਡਰਨ ਵਾਲੇ ਨਾ ਮਾੜਾ ਬੋਲਣਗੇ, ਨਾ ਮਾੜਾ ਵੇਖਣਗੇ, ਨਾ ਮਾੜਾ ਕਰਨਗੇ। ਕਮਾਈ ਵੀ ਨੇਕ, ਜੀਵਨ ਵੀ ਨੇਕ, ਤੇ ਜਦੋਂ ਨੇਕ ਜੀਵਨ ਹੋ ਜਾਏ, ਜਦੋਂ ਨੇਕ ਕਮਾਈ ਹੋ ਜਾਵੇ, ਉਦੋਂ ਸਰੀਰ ਵੀ ਸਾਧ ਸੰਗਤ ਤੰਦਰੁਸਤ ਰਹਿੰਦਾ ਹੈ। ਜਦੋਂ ਨੇਕ ਨੀਅਤ ਨਾ ਹੋਵੇ ਤਾਂ ਕਈ ਤਰ੍ਹਾਂ ਦੇ ਖਿਆਲਾਂ ਕਰਕੇ ਅੰਦਰ ਮਾਨਸਿਕ ਰੋਗ ਲੱਗ ਜਾਂਦੇ ਨੇ। ਜਦੋਂ ਸਾਡੇ ਅੰਦਰ ਕੋਈ ਚੰਗਾ ਗੁਣ ਨਾ ਹੋਵੇ, ਗੁਰ ਸ਼ਬਦ ਨਾ ਹੋਵੇ, ਤਾਂ ਮਾੜੀਆਂ ਚੀਜ਼ਾਂ ਖਾਣ ਵੱਲੋਂ ਸਜੀਵ ਪਰਹੇਜ਼ ਨਹੀਂ ਕਰਦਾ, ਮਾੜੀਆਂ ਚੀਜ਼ਾਂ ਵੇਖਣ ਵੱਲੋਂ, ਮਾੜੇ ਕਰਮ ਭੋਗਣ ਵੱਲੋਂ ਪਰਹੇਜ਼ ਨਹੀਂ ਕਰਦਾ, ਜਿਸ ਕਰਕੇ ਸਰੀਰ ਵੀ ਰੋਗੀ ਹੋ ਜਾਂਦਾ ਹੈ। ਵੇਖ ਲਓ ਵੀ ਸਹਿਜ ਵਿੱਚ ਧਿਆਨ ਲੱਗਣ ਦਾ ਕਿੱਡਾ ਫਾਇਦਾ ਹੈ, ਵੀ ਸਰੀਰ ਵੀ ਨਵਾਂ ਨਰੋਆ ਤੇ ਆਤਮਾ ਦਾ ਵੀ ਆਨੰਦ ਬਣਿਆ ਰਹਿੰਦਾ। ਤਾਂ ਕਰਕੇ ਸਤਿਗੁਰੂ ਇਹ ਦਾਤ ਸਾਡੇ ਵਾਸਤੇ ਮੰਗ ਰਹੇ ਨੇ, ਜਾਂ ਸਾਨੂੰ ਮੰਗਣ ਦੀ ਜੁਗਤ ਦੱਸਦੇ ਵੀ ਵਾਹਿਗੁਰੂ ਅੱਗੇ ਬੇਨਤੀ ਕਰੋ, ਪਾਤਸ਼ਾਹ ਜੰਮਣ ਮਰਨ ਦੇ ਸਹਿਜ ਦੁੱਖ ਕੱਟ ਦਿਓ, ਤੁਹਾਡੇ ਸਹਿਜ ਸਰੂਪ 'ਚ ਸਾਡਾ ਧਿਆਨ ਲੱਗਿਆ ਰਹੇ। ਮੇਰੇ ਮਨ ਪ੍ਰਭ ਸਰਣਾਈ ਪਾਏ, ਹੇ ਮੇਰੇ ਪਿਆਰਿਆ ਮਨਾ, ਆਪਣੇ ਆਪ ਨੂੰ ਪ੍ਰਭੂ ਪਰਮੇਸ਼ਰ ਦੀ ਸਰਣਾਈ, ਸ਼ਰਨ ਦੇ ਵਿੱਚ ਹੀ ਪਾਏ, ਪਾ ਕੇ ਰੱਖਣਾ ਕਰ। ਭਾਵ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਓਟ ਆਸਰੇ ਤੇ ਰਹਿਣਾ ਕਰ। ਹਰ ਬਿਨ ਦੂਜਾ ਕੋ ਨਹੀਂ, ਇਹਦਾ ਕਾਰਨ ਇਹ ਹੈ ਵੀ ਹਰੀ ਪਰਮੇਸ਼ਰ ਤੋਂ ਬਗੈਰ ਦੂਜਾ ਕੋਈ ਵੀ ਉਹਦੇ ਓਪੋਜਿਟ ਨਹੀਂ ਹੈ। ਜਿਵੇਂ ਹਰ ਇੱਕ ਦੇ ਵਰਸਸ ਲਿਖਦੇ ਨੇ ਨਾ ਵੀ ਫਲਾਨਾ ਵਰਸਸ ਫਲਾਨਾ, ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਕੋਈ ਨਹੀਂ, ਉਹਦੇ ਸਾਹਮਣੇ ਕੋਈ ਖਲੋ ਨਹੀਂ ਸਕਦਾ। ਕੋਈ ਜਿਵੇਂ ਦੁਨੀਆ 'ਚ ਤਾਂ ਇੱਕ ਬੰਦਾ ਕੋਈ ਵੋਟਾਂ 'ਚ ਹੀ ਖਲੋਵੇ ਤੇ ਸਾਹਮਣੇ 4 ਬੰਦੇ ਖਲੋ ਜਾਂਦੇ ਆ ਵੀ ਸਾਡਾ ਵੀ ਦਾਅਵਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਦਾ ਉਹਦੇ ਸਾਹਮਣੇ ਕੋਈ ਵੀ ਨਹੀਂ ਹੈ। ਇਸ ਕਰਕੇ ਵਾਹਿਗੁਰੂ ਤੋਂ ਬਿਨਾਂ ਦੂਸਰਾ ਹੋਰ ਕੋਈ ਸਮਰੱਥ ਨਹੀਂ ਹੈ, ਦੂਸਰੀ ਹੋਰ ਕੋਈ ਪਾਵਰ ਨਹੀਂ ਹੈ, ਕੋਈ ਹੋਰ ਸੱਤਾ ਦਾ ਸ਼ਕਤੀ ਦਾ ਕੇਂਦਰ ਨਹੀਂ ਹੈ। ਸਭ ਸ਼ਕਤੀਆਂ ਦਾ ਕੇਂਦਰ ਅਕਾਲ ਪੁਰਖ ਵਾਹਿਗੁਰੂ ਹੈ। ਏਕੋ ਨਾਮ ਧਿਆਏ, ਇਸ ਕਰਕੇ ਉਹ ਇੱਕੋ ਹੀ ਮਾਲਕ ਹੈ, ਤੇ ਉਸ ਦਾ ਇੱਕੋ ਓੰਕਾਰ ਜੋ ਵਾਹਿਗੁਰੂ ਦਾ ਨਾਮ ਹੈ ਸਦਾ ਹੀ ਧਿਆਉਣਾ ਕਰ। ਸਦਾ ਹੀ ਇੱਕ ਓੰਕਾਰ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ। ਅਸਲ 'ਚ ਮੇਰੇ ਮਨ ਤਾਂ ਮਹਾਰਾਜ ਨੇ ਕੀ ਕਹਿਣਾ ਸੀ। ਸਤਿਗੁਰੂ ਕਹਿੰਦੇ, ਹੇ ਮੇਰੇ ਪਿਆਰੇ ਗੁਰਸਿੱਖੋ, ਰੱਬ ਦੀ ਸ਼ਰਨ ਦੇ ਵਿੱਚ ਪਏ ਰਹੋ। ਉਸ ਮਾਲਕ ਤੋਂ ਬਿਨਾਂ ਦੂਜਾ ਕੋਈ ਨਹੀਂ। ਜੇ ਲੋਕ ਪਰਲੋਕ ਦਾ ਸਹਾਈ, ਇਹ ਭੁਲੇਖਾ ਜਿਹਾ ਹੁੰਦਾ ਕੁਝ ਸਮੇਂ ਲਈ ਬੰਦੇ ਨੂੰ। ਕੋਈ ਸੱਤਾ ਦੇ ਨਸ਼ੇ 'ਚ ਚੂਰ ਹੋਵੇ, ਇੱਕ ਉਹ ਭੁੱਲ ਜਾਂਦਾ, ਇੱਕ ਜਿਹੜੇ ਉਹਦੇ ਚੇਲੇ ਬੜੇ ਚਾਪਲੂਸ ਹੁੰਦੇ ਉਹਨਾਂ ਨੂੰ ਭੈ ਭੁੱਲ ਜਾਂਦਾ, ਪਰ ਨਤਾਰਾ ਥੋੜ੍ਹੇ ਸਮੇਂ ਹੀ ਹੁੰਦਾ।
ਨਤਾਰਾ ਕਰ ਦਿੰਦਾ। ਇੰਨਾ ਕੀ ਹੁੰਦਾ ਨਾ, ਜਿਵੇਂ ਬੁਲਬੁਲਾ ਫੁੱਲਦਾ ਹੈ ਨਾ, ਮਾਣ ਕਰੇ ਵੀ ਮੈਂ ਉੱਚਾ ਹੋ ਗਿਆ, ਕਹਿੰਦੇ ਜਦੋਂ ਫਟਦਾ ਹੈ ਤਾਂ ਪਤਾ ਵੀ ਨਹੀਂ ਲੱਗਦਾ ਉਹਦੇ ਵਜੂਦ ਦਾ ਵੀ ਗਿਆ ਕਿੱਥੇ ਹੈ। ਇਸੇ ਤਰ੍ਹਾਂ ਦੀ ਹਾਲਤ ਹੁੰਦੀ ਹੈ ਜਿਹੜਾ ਵਾਹਿਗੁਰੂ ਤੋਂ ਬੇਮੁਖ ਹੋ ਕੇ ਆਪਣੇ ਆਪ ਨੂੰ ਕੁਝ ਸਮਝਣ ਦਾ ਯਤਨ ਕਰੇ ਨਾ, ਪਤਾ ਨਹੀਂ ਲੱਗਦਾ, ਲੱਭਦੇ ਨਹੀਂ ਹੈ ਕਿੱਥੇ ਗਿਆ। ਜਿਵੇਂ ਸਿਕੰਦਰ ਬਾਦਸ਼ਾਹ, ਉਹ ਕਬਰਾਂ ਵਿੱਚ ਦੱਬ ਦਿੱਤਾ ਉਹਨੂੰ, ਜਦੋਂ ਉਹਦੀ ਮਾਂ ਰੋਂਦੀ ਹੋਈ ਉੱਥੇ ਆਈ, ਤੇ ਜਿਹੜਾ ਉਸੇ ਕਬਰਾਂ 'ਚ ਰਹਿਣ ਵਾਲਾ ਸੀ ਉਹ ਰੋਂਦੀ ਹੋਈ ਕਹਿਣ ਲੱਗੀ ਉਹਨੂੰ, ਵੇ ਪੁੱਤ ਸਿਕੰਦਰਾ ਉੱਠ, ਵੇ ਪੁੱਤ ਸਿਕੰਦਰਾ, ਤੇਰੀ ਮਾਂ ਆਈ। ਤੇ ਉਹਨੂੰ ਪੁੱਛਦੀ ਹੈ ਜਿਹੜਾ ਕਬਰਾਂ ਦੀ ਰਾਖੀ ਕਰਦਾ ਵੀ ਮੇਰਾ ਪੁੱਤ ਸਿਕੰਦਰ ਕਿੱਥੇ ਆ। ਉਹ ਕਹਿਣ ਲੱਗਾ, ਮਾਂ ਤੂੰ ਕਿਹੜੇ ਸਿਕੰਦਰ ਦੀ ਗੱਲ ਕਰਦੀ ਹੈ? ਕਹਿਣ ਲੱਗਾ ਵੀ ਮੇਰਾ ਸਿਕੰਦਰ ਜਿਹਨੇ ਕੁੱਲ ਦੁਨੀਆ 'ਤੇ ਰਾਜ ਕੀਤਾ। ਕਹਿੰਦਾ ਮਾਂ ਇੱਥੇ ਤਾਂ ਬਹੁਤ ਸਿਕੰਦਰ ਹੋ ਗਏ, ਇੱਥੇ ਤਾਂ ਵੱਡੇ ਤੋਂ ਵੱਡੇ ਬਾਦਸ਼ਾਹ ਹੋ ਗਏ, ਮੈਨੂੰ ਨਹੀਂ ਪਤਾ ਤੂੰ ਕਿਸ ਦੀ ਗੱਲ ਕਰਦੀ ਹੈ, ਪਰ ਇੰਨਾ ਹੈ ਵੀ ਜਿਹਦੀ ਵੀ ਕਰਦੀ ਹੋਏਗੀ ਉਹਨਾਂ ਦਾ ਨਾਮੋ ਨਿਸ਼ਾਨ ਹੁਣ ਨਹੀਂ ਰਹੇਗਾ, ਕਿਉਂਕਿ ਇੱਥੇ ਸੰਸਾਰ ਵਿੱਚ ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਹੋਏ, ਵੱਡੇ ਵੱਡੇ ਬਾਦਸ਼ਾਹ ਖਵਾ ਗਏ, ਵੱਡੇ ਵੱਡੇ ਸੂਰਮੇ ਬਹਾਦਰ ਆਪਣੇ ਆਪ ਨੂੰ ਖਵਾ ਗਏ, ਪਰ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਲੱਭਦਾ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਅੱਗੇ ਆਪਣੀ ਕੋਈ ਹੋਂਦ ਹਸਤੀ ਵਿਖਾਈ, ਜਿਨ੍ਹਾਂ ਰੱਬ ਦਾ ਡਰ ਭੁਲਾ ਛੱਡਿਆ, ਉਹਨਾਂ ਨੂੰ ਸਾਧ ਸੰਗਤ ਕੋਈ ਜਾਣਦਾ ਤੱਕ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਸਾਨੂੰ ਇਹੀ ਇਸ਼ਾਰਾ ਕਰ ਰਹੇ ਆ ਵੀ ਨਾਮ ਜਪੀ ਜਾਓ, ਵਾਹਿਗੁਰੂ ਦੇ ਭੈ ਵਿੱਚ ਸ਼ੁਕਰਾਨੇ ਵਿੱਚ ਰਹੋ। ਕੀਮਤ ਕਹਿਣ ਨ ਜਾਈਐ। ਇਹ ਮਹਾਰਾਜ ਜਿਸ ਦੇ ਬਾਰੇ ਤੁਸੀਂ ਕਹਿ ਰਹੇ ਹੋ ਉਸ ਵਾਹਿਗੁਰੂ ਦੀ ਕੀਮਤ ਹੈ ਕੋਈ ਵੀ ਕਿੱਡਾ ਕੁ ਹੋਵੇਗਾ, ਜਾਂ ਉਸ ਮਾਲਕ ਦੇ ਨਾਮ ਦੀ ਕੋਈ ਕੀਮਤ, ਤਾਂ ਪੰਚਮ ਪਾਤਸ਼ਾਹ ਕਹਿੰਦੇ ਨਾ ਭਾਈ, ਕੀਮਤ ਕਹਿਣ ਨਾ ਜਾਈ ਹੈ। ਉਸ ਵਾਹਿਗੁਰੂ ਦੀ ਕੀਮਤ ਨਹੀਂ ਕਹੀ ਜਾ ਸਕਦੀ ਵੀ ਉਹ ਮਾਲਕ ਕਿੱਡਾ ਕੁ ਵੱਡਾ ਹੈ, ਕਿੰਨੀ ਕੁ ਸਮਰੱਥਾ ਦਾ ਮਾਲਕ ਹੈ। ਕੀਮਤ ਇਹ ਹੁੰਦੀ ਨਾ ਵੀ ਕਿਸੇ ਵਸਤੂ ਦਾ ਮੁੱਲ ਪਾ ਦੇਣਾ। ਜਿਵੇਂ ਕੋਈ ਵਸਤੂ ਹੈ ਤੇ ਚਾਰ ਜਾਣੇ ਆਖਣ ਵੀ ਇਹ 100 ਦੀ ਹੈ, ਕੋਈ ਆਖੇ 200 ਦੀ, ਵੱਧ ਤੋਂ ਵੱਧ ਕੋਈ ਜਿੰਨਾ ਰੇਟ ਬਣਦਾ ਉਹਦਾ ਲਾ ਦੇਣ, ਉਹਦਾ ਮੁੱਲ ਤਾਂ ਪੈ ਗਿਆ ਨਾ ਵੀ ਇੰਨਾ ਕੀ ਮੁੱਲ ਹੈ, ਬਸ ਇਹਦਾ ਇੰਨੀ ਕੀ ਤਾਕਤ ਹੈ। ਪਰ ਪਾਤਸ਼ਾਹ ਦੀ ਕੀਮਤ ਕੌਣ ਪਾ ਸਕਦਾ ਹੈ? ਉਹ ਕੀਮਤ ਤੋਂ ਮਿਣਤੀ ਗਿਣਤੀ ਤੋਂ ਰਹਿਤ ਹੈ, ਕੀਮਤ ਕਹਿਣ ਨਾ ਜਾਈ ਹੈ। ਵਾਹਿਗੁਰੂ ਦੀ ਵੀ ਕੀਮਤ ਨਹੀਂ ਕੋਈ ਕਹਿ ਸਕਦਾ, ਉਸ ਮਾਲਕ ਦੇ ਨਾਮ ਦਾ ਵੀ ਕੋਈ ਮੁੱਲ ਨਹੀਂ ਪਾ ਸਕਦਾ। ਸਾਗਰ ਗੁਣੀ ਅਥਾਹ। ਉਹ ਤਾਂ ਮਹਾਰਾਜ ਕਹਿੰਦੇ ਸਾਗਰ ਹੈ। ਕਾਹਦਾ ਸਾਗਰ ਹੈ? ਪਾਤਸ਼ਾਹ ਕਹਿੰਦੇ ਗੁਣੀ ਗੁਣਾਂ ਦਾ। ਕਿੰਨੇ ਕੁ ਗੁਣ ਨੇ? ਕਹਿੰਦੇ ਅਥਾਹ, ਉਹ ਥਾਹ ਨਹੀਂ ਹੈ ਉਹਦਾ ਕੋਈ, ਬੇਅੰਤੀ ਗੁਣ ਨੇ ਮਾਲਕ ਦੇ ਵਿੱਚ। ਪਰਮੇਸ਼ਰ ਗੁਣਾਂ ਦਾ ਸਮੁੰਦਰ ਹੈ, ਬੇਅੰਤ ਗੁਣਾਂ ਦਾ ਮਾਲਕ ਹੈ। ਵੱਡ ਭਾਗੀ ਮਿਲ ਸੰਗਤੀ। ਇਹ ਗੁਰੂ ਸਿੱਖਾ ਜੇ ਤੇਰੇ ਵੱਡੇ ਭਾਗ ਹਨ ਤਾਂ ਹਾਲਾਂ ਵੀ ਭੱਜ ਕੇ ਗੁਰੂ ਸਾਹਿਬ ਦੀ ਸਤ ਸੰਗਤ ਦੇ ਨਾਲ ਮਿਲ ਕੇ ਬਹਿ ਜਾ। ਹੇ ਵਡਭਾਗੀ ਪੁਰਖਾ, ਵਡਭਾਗੀ ਮਹਾਰਾਜ ਨੇ ਤਾਂ ਕਿਹਾ ਹੈ ਕਿਉਂਕਿ 84 ਲੱਖ ਜੂਨਾਂ ਦੇ ਵਿੱਚੋਂ ਮਨੁੱਖਾ ਜਨਮ ਉੱਤਮ ਹੈ। ਤੇ ਮਨੁੱਖਾ ਜਨਮ ਉੱਤਮ ਹੋਣ ਕਰਕੇ ਜਿਵੇਂ ਕਿਸੇ ਨੂੰ ਕੋਈ ਅਹੁਦਾ ਮਿਲੇ ਨਾ ਤੇ ਲੋਕ ਵਧਾਈਆਂ ਦੇਣ ਲੱਗ ਪੈਂਦੇ ਆ ਨਾ, ਕਿਸੇ ਦੀ ਕੋਈ ਥੋੜੀ ਜਿਹੀ ਤਰੱਕੀ ਹੋਵੇ ਤੇ 84 ਲੱਖ ਜੂਨਾਂ ਦੇ ਵਿੱਚੋਂ ਮਨੁੱਖਾ ਜਨਮ ਮਿਲਣਾ, ਇਹ ਵੀ ਇੱਕ ਸਾਲ ਸੰਗਤ ਤਰੱਕੀ ਹੋਈ ਹੈ। ਇਹ ਮੌਕਾ ਮਿਲਿਆ ਹੈ ਵਾਹਿਗੁਰੂ ਦੇ ਨਾਲ ਮਿਲਾਪ ਦਾ, ਪਰਮੇਸ਼ਰ ਦੀ ਖੁਸ਼ੀ ਲੈਣ ਦਾ। ਤੇ ਤਾਂ ਮਹਾਰਾਜ ਕਹਿੰਦੇ ਹੇ ਵੱਡਿਆਂ ਭਾਗਾਂ ਵਾਲਿਆ, ਹੇ ਜੀਵ ਮਿਲ ਸੰਗਤੀ, ਸਤਿਗੁਰੂ ਮਹਾਰਾਜ ਦੀ ਸੰਗਤ ਦੇ ਵਿੱਚ ਮਿਲਿਆ ਕਰ। ਸੱਚਾ ਸ਼ਬਦ ਵਿਸਾਹੋ। ਮਹਾਰਾਜ ਸੰਗਤ ਵਿੱਚ ਮਿਲ ਕੇ ਕੀ ਕਰਨਾ ਹੈ? ਕਹਿੰਦੇ ਸੱਚਾ ਹੈ ਜੋ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼, ਵਿਸਾਹੋ ਕਹਿੰਦੇ ਉਹਨੂੰ ਖਰੀਦ ਲੈਣਾ ਕਰ। ਕਿਵੇਂ ਖਰੀਦਣਾ ਹੈ? ਕਹਿੰਦੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ, ਗੁਰੂ ਸਾਹਿਬ ਨੂੰ ਅਰਪਣ ਕਰਦੇ। ਮਨ ਦਾ ਮਾਨ ਛੱਡ ਦੇ, ਤਨ ਦਾ ਤਾਣ ਜਿਹੜਾ ਲੋਕਾਂ ਨੂੰ ਵਿਖਾਉਣਾ ਵੀ ਮੇਰੇ ਡੋਲਿਆਂ 'ਚ ਬੜੀ ਜਾਨ ਹੈ, ਇਹ ਹੰਕਾਰ ਛੱਡ ਦੇ। ਇਸ ਤਰ੍ਹਾਂ ਕਹਿੰਦੇ ਤਨ ਮਨ ਧਨ ਦੀ ਹਉਮੈ ਛੱਡ ਦੇ। ਇਹ ਸਾਰਾ ਕੁਝ ਤਿਆਗ ਕਰਕੇ ਤੇ ਗੁਰੂ ਦੇ ਸ਼ਬਦ ਨੂੰ ਵਿਸਾਹੋ ਖਰੀਦ ਲੈਣਾ ਕਰ। ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਪ੍ਰਾਪਤ ਕਰ, ਭਾਵ ਕੇ ਗੁਰਾਂ ਦੀ ਸਿੱਖਿਆ ਗ੍ਰਹਿਣ ਕਰ ਲੈ ਸੰਗਤ ਵਿੱਚ ਮਿਲ ਕੇ। ਕਰ ਸੇਵਾ
ਸੁਖ ਸਾਗਰੈ। ਫਿਰ ਗੁਰ ਸ਼ਬਦ ਦੇ ਦੁਆਰਾ, ਗੁਰੂ ਦੀ ਉਪਦੇਸ਼ ਸਿੱਖਿਆ ਦੁਆਰਾ ਕਰ ਸੇਵਾ ਸੁਖ ਸਾਗਰ ਹੈ। ਜੋ ਸੁੱਖਾਂ ਦਾ ਸਾਗਰ ਸਮੁੰਦਰ ਪਰਮੇਸ਼ਰ ਹੈ, ਉਹਦੀ ਸੇਵਾ ਕਰ। ਜੇ ਚਾਹੁੰਦਾ ਹੈ ਨਾ ਮੈਨੂੰ ਸੁਖ ਮਿਲੇ, ਅਬਿਨਾਸੀ ਖੇਮ ਚਾਹੇ, ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਚਾਹੁੰਦਾ ਹੈ ਵੀ ਅਬਿਨਾਸੀ ਖੇਮ ਖੇੜਾ ਆਨੰਦ ਮਿਲੇ। ਆ ਹੁੰਦਾ ਹੈ ਨਾ ਕਈ ਵਾਰਾਂ ਬੰਦਾ ਦੁਖੀ ਹੋ ਜਾਂਦਾ ਵੀ ਕੁਝ ਕੁ ਦਿਨ ਸੁੱਖ ਦੇ ਲੰਘਦੇ ਆ, ਫੇਰ ਕੋਈ ਨਾ ਕੋਈ ਬਿਪਤਾ ਪੈ ਜਾਂਦੀ ਹੈ। ਪਾਤਸ਼ਾਹ ਕਹਿੰਦੇ ਜੇ ਚਾਹੁੰਦਾ ਹੈ ਵੀ ਕੋਈ ਬਿਪਤਾ ਪਵੇ ਹੀ ਨਾ, ਕੋਈ ਬਿਪਤਾ ਮਨ ਨੂੰ ਵਿਆਪੇ ਹੀ ਨਾ, ਕਿਸੇ ਤਰ੍ਹਾਂ ਦਾ ਅਸਰ ਹੀ ਨਾ ਹੋਵੇ, ਤਾਂ ਫਿਰ ਅਬਿਨਾਸੀ ਖੇਮ ਚਾਹੇ, ਜੇ ਨਾਨਕ ਸਦਾ ਸਿਮਰ ਨਾਰਾਇਣ। ਸਦਾ ਹੀ ਸਿਮਰਦਾ ਰਹੋ ਜੇ ਸੁਖ ਲੈਣਾ ਹੈ। ਵਾਹਿਗੁਰੂ 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 ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪ੍ਰਭੂ ਦਾ ਨਾਮ ਹੀ ਸੁੱਖਾਂ ਦੀ ਮਨੀ ਹੈ। ਸਾਰੇ ਸੁੱਖ ਨਾਮ 'ਚ ਹੀ ਰੱਖੇ ਨੇ। ਵੇਖ ਲਓ ਪਾਤਸ਼ਾਹ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੇਵਾ ਕਰਿਆ ਕਰ। ਸੇਵਾ ਦਾ ਭਾਵ ਸੇਵਨ ਕਰਨਾ ਵੀ ਹੈ, ਚੇਤੇ ਕਰਨਾ। ਕਰ ਸੇਵਾ, ਸੇਵਨ ਕਰ, ਚੇਤੇ ਕਰ। ਕਿਹਨੂੰ? ਸੁਖ ਸਾਗਰ ਹੈ। ਸੁੱਖਾਂ ਦੇ ਸਾਗਰ ਸਮੁੰਦਰ ਪਰਮੇਸ਼ਰ ਦੀ ਸੇਵਾ ਕਰ, ਜਿਹੜਾ ਸੁੱਖਾਂ ਦੇ ਨਾਲ ਹੀ ਭਰਿਆ ਹੋਇਆ। ਜੇ ਸੇਵਾ ਕਰੇਗਾ ਤੇ ਸੁੱਖ ਹੀ ਮਿਲੂਗਾ। ਉਹਦਾ ਨਾਮ ਜਪਿਆ ਵੀ ਸੁੱਖ ਹੈ। ਤੇ ਇੱਕ ਰੱਬ ਦੀ ਸੇਵਾ ਕੀ ਹੈ? ਸਾਧ ਸੰਗਤ ਰੱਬ ਦੀ ਬਣਾਏ ਜੀਵਾਂ ਦੀ ਸੇਵਾ ਕਰਨੀ, ਇਹ ਵੀ ਰੱਬ ਦੀ ਸੇਵਾ ਹੈ। ਕਿਉਂਕਿ ਧਰਮ ਪੈਦਾ ਹੀ ਕਿੱਥੋਂ ਹੁੰਦਾ? ਧੌਲ ਧਰਮ ਦਇਆ ਕਾ ਪੂਤ। ਦਇਆ ਵਿੱਚੋਂ ਧਰਮ ਪੈਦਾ ਹੁੰਦਾ ਹੈ। ਤੇ ਜੋ ਦਇਆ ਕਰਨੀ ਹੈ ਜੀਵ ਜੰਤੂਆਂ ਦੇ ਉੱਤੇ, ਜੋ ਤਰਸ ਕਰਨਾ ਹੈ, ਇੱਥੋਂ ਹੀ ਮੰਨੋ ਵੀ ਧਰਮ ਪੈਦਾ ਹੋ ਰਿਹਾ। ਇਹੀ ਰੱਬ ਦੀ ਸੇਵਾ ਹੈ। ਜਿਹੜੇ ਸੰਸਾਰ ਦੇ ਵਿੱਚ ਕੋਈ ਨਿਤਾੜੇ ਲਤਾੜੇ ਪਛੜੇ, ਜਿਨ੍ਹਾਂ ਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ, ਉਹਨਾਂ ਦੇ ਨਾਲ ਮਦਦਗਾਰ ਬਣਨਾ, ਆਪਣੀ ਧਰਮ ਦੀ ਕਿਰਤ ਕਮਾਈ 'ਚੋਂ ਹਿੱਸਾ ਦੇ ਕੇ, ਇਹ ਵੀ ਸਤਿਗੁਰੂ ਅਕਾਲ ਪੁਰਖ ਦੀ ਸੇਵਾ ਹੈ। ਸੋ ਇਸ ਪ੍ਰਕਾਰ ਨਾਲ ਸਾਧੂ ਸੰਤਾਂ ਦੀ ਆਓ ਭਗਤ ਕਰਨੀ, ਇਹ ਵੀ ਵਾਹਿਗੁਰੂ ਦੀ ਸੇਵਾ ਹੈ।
ਗੁਰ ਸਿੱਖਾਂ ਦੀ ਸੇਵਾ ਕਰਨੀ, ਵਾਹਿਗੁਰੂ ਦੀ ਸੇਵਾ। ਇਸ ਤਰ੍ਹਾਂ ਸੇਵਾ ਦੇ ਅਨੇਕ ਪ੍ਰਕਾਰ ਹਨ, ਜਿਹਦੇ ਵਿੱਚ ਮਹਾਰਾਜ ਸਾਡਾ ਪਰਮਾਰਥ ਵੀ ਸੁਧਾਰ ਦਿੰਦੇ ਨੇ ਤੇ ਸਾਡਾ ਸਮਾਜਿਕ ਜੀਵਨ ਵੀ ਚੰਗਾ ਬਣਾਉਂਦੇ ਨੇ। ਸੇਵਾ ਇੱਕ ਐਸੀ ਸਾਧ ਸੰਗਤ ਦਾਤ ਹੈ, ਇਹਦੇ ਨਾਲ ਆਪਣਾ ਪਰਮਾਰਥਕ ਜੀਵਨ ਤਾਂ ਸਾਡਾ ਸੁਧਰਦਾ ਹੀ ਹੈ, ਪਰ ਸੇਵਾ ਕਰਨ ਵਾਲਾ ਸਮਾਜ ਦੇ ਵਾਸਤੇ ਵੀ ਬਹੁਤ ਲਾਹੇਵੰਦ ਹੁੰਦਾ। ਜਿਹਦੇ ਮਨ 'ਚ ਹੁੰਦਾ ਹੈ ਨਾ, ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ ਇਤਿਆਦਿਕ ਹੋਰ ਵਸਤੂਆਂ ਦੇਣੀਆਂ, ਜਿਹੜੇ ਪੜ੍ਹੇ ਨਹੀਂ ਪੜ੍ਹਾਈ ਕਰਾ ਦੇਣੀ, ਕੋਈ ਵਿੱਦਿਆ ਦਾ ਦਾਨ ਦੇ ਦੇਣਾ, ਕੋਈ ਹੋਰ ਸਹਾਇਤਾ ਕਰ ਦੇਣੀ, ਇਹ ਵੀ ਇੱਕ ਪ੍ਰਕਾਰ ਦੀ ਸੇਵਾ ਹੀ ਹੈ। ਇਹਦੇ ਨਾਲ ਸਮਾਜ ਵੀ ਸੁਧਰਦਾ ਹੈ ਤੇ ਸਾਡਾ ਪਰਮਾਰਥਕ ਜੀਵਨ ਵੀ ਸੁਧਰਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਹੁਕਮ ਕੀਤਾ, ਇਹ ਪਿਆਰਿਆ ਸੁੱਖਾਂ ਦੇ ਸਮੁੰਦਰ ਰੱਬ ਦੀ ਸੇਵਾ ਕਰਿਆ ਕਰ। ਸਿਰ ਸਾਹਾ ਪਾਤਸ਼ਾਹ, ਜਿਹੜਾ ਸਿਰ ਸ਼੍ਰੋਮਣੀ ਹੈ ਸਭ ਸਾਹਾ, ਸ਼ਾਹੂਕਾਰਾਂ ਤੋਂ ਸ਼੍ਰੋਮਣੀ ਸ਼ਾਹੂਕਾਰ ਹੈ। ਪਾਤਸ਼ਾਹੋ ਜਿਹੜਾ ਵੱਡੇ ਵੱਡੇ ਪਾਤਸ਼ਾਹਾਂ ਤੋਂ ਸ਼੍ਰੋਮਣੀ ਪਾਤਸ਼ਾਹ ਹੈ। ਸ਼ਾਹੂਕਾਰ ਉਹਨਾਂ ਨੂੰ ਕਹਿੰਦੇ ਨੇ ਲੋਕ, ਪੁਰਾਣੀ ਬੋਲੀ ਆ, ਜਿਹੜੇ ਲੋੜ ਪਵੇ ਕਿਸੇ ਤਰ੍ਹਾਂ ਦੀ ਮਦਦ ਦੀ ਤਾਂ ਝੱਟ ਹੀ ਕਹਿੰਦੇ ਵੀ ਫਲਾਣੇ ਸ਼ਾਹ ਕੋਲੋਂ ਫੜ ਲਿਆਓ। ਕੋਈ ਪੈਸਾ, ਲੀੜਾ, ਕੱਪੜਾ, ਕੋਈ ਵੀ ਵਸਤੂ ਜਿਹਦੇ ਕੋਲੋਂ ਮਿਲਦੀ ਹੁੰਦੀ ਸੀ ਨਗਰ ਵਿੱਚ, ਉਹ ਕਹਿੰਦੇ ਸੀ ਵੀ ਸ਼ਾਹੂ ਹੈ, ਸ਼ਾਹੂਕਾਰ ਹੈ। ਕਿਉਂਕਿ ਜਿਵੇਂ ਇਹ ਆਮ ਹੀ ਕਹਾਵਤ ਹੈ ਨਾ ਵੀ ਗੁਰ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ। ਇਹ ਲੋਕ ਪੁਰਾਣੇ ਕਹਿੰਦੇ ਹੁੰਦੇ ਸੀ ਵੀ ਗੁਰੂ ਸਾਹਿਬ ਮੁਕਤੀ ਕਰਦੇ ਆ ਤੇ ਸ਼ਾਹ ਜਿਹੜਾ ਹੈ ਉਹ ਪੱਤ ਰੱਖ ਲੈਂਦਾ, ਵੀ ਮੌਕੇ ਦੇ ਪੈਸੇ ਟਕੇ ਦੀ, ਲੀੜੇ ਕੱਪੜੇ ਦੀ ਜੋ ਲੋੜ ਪਵੇ ਉਹ ਦੇ ਦਿੰਦੇ ਹਨ। ਪਰ ਅਸਲ ਵਿੱਚ ਪਰਮੇਸ਼ਰ ਤੋਂ ਵੱਡਾ ਸ਼ਾਹੂਕਾਰ ਕੋਈ ਨਹੀਂ। ਜਦੋਂ ਮੰਗਣਾ ਉਹਦੇ ਕੋਲ ਮੰਗ ਲਓ, ਉਹ ਦਿੰਦਾ ਹੀ ਆ। ਉਹਦਾ ਬਿਨਾਂ ਮੰਗੇ ਹੀ ਸਾਨੂੰ ਦੇਈ ਜਾ ਰਿਹਾ, ਦੇਈ ਜਾ ਰਿਹਾ, ਉਹ ਦਿੰਦਾ ਹੈ ਸਭ ਕੁਝ ਬਿਨਾਂ ਮੰਗਿਆ। ਇਸ ਕਰਕੇ ਵੱਡਾ ਸ਼ਾਹੂਕਾਰਾਂ ਤੋਂ ਉਹ ਸ਼ਾਹੂਕਾਰ ਹੈ। ਫਿਰ ਸ਼ਾਹੂਕਾਰ ਦੁਨੀਆ ਦੇ ਤਾਂ ਉਹਨੂੰ ਦਿੰਦੇ ਆ ਜਿਹਨਾਂ ਕੋਈ ਜਾਣ ਪਹਿਚਾਣ ਹੋਵੇ, ਪਰ ਉਹ ਮਾਲਕ ਕੈਸਾ ਹੈ, ਜਾਣ ਕੋ ਦੇਤ। ਜਿਹੜੇ ਜਾਣਦੇ ਨੇ ਸੰਤ ਭਗਤ ਉਹਨਾਂ ਨੂੰ ਵੀ ਦਿੰਦਾ। ਅਜਾਣ ਕੋ ਦੇਤ, ਜਿਹੜੇ ਬਿਲਕੁਲ ਅਜਾਣ ਬੇਸਮਝ ਕਹਿੰਦੇ ਅਸੀਂ ਨਹੀਂ ਜਾਣਦੇ ਕਿਸੇ ਰੱਬ ਰੂਪ ਨੂੰ, ਮਾਲਕ ਤਾਂ ਉਹਨਾਂ ਨੂੰ ਵੀ ਦੇਈ ਜਾ ਰਿਹਾ ਹੈ। ਤੇ ਇਸ ਤਰ੍ਹਾਂ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਸਾਰੀ ਧਰਤੀ ਤੇ ਰਹਿਣ ਵਾਲਿਆਂ ਨੂੰ ਦਿੰਦਾ। ਜਮਾ ਕੋ ਦੈ ਹੈ, ਗੱਲ ਕੀ ਸਾਰੇ ਜਮਾਨੇ ਨੂੰ ਹੀ ਮਾਲਕ ਦੇਈ ਜਾਂਦਾ। ਐਡਾ ਵੱਡਾ ਸ਼ਾਹੂਕਾਰ ਹੈ। ਅਤੇ ਫਿਰ ਪਾਤਸ਼ਾਹੋ ਹੁੰਦਾ ਵੀ ਜਿਹਦਾ ਹੁਕਮ ਚੱਲਦਾ ਹੋਵੇ ਸਾਰੇ ਦੇਸ਼ ਦੇ ਅੰਦਰ। ਕਿਸੇ ਨੇ ਕੋਈ ਰਾਜਾ ਮੰਨਿਆ, ਕਿਸੇ ਨੇ ਕੋਈ, ਸਾਰਿਆਂ ਦੀਆਂ ਹੱਦਾਂ ਹਨ ਸਾਧ ਸੰਗਤ ਜੀ। ਥੱਲੇ ਤੋਂ ਪੰਚ ਸਰਪੰਚ ਤੋਂ ਲੈ ਕਰਕੇ PM ਤੀਕਰ ਜਾ ਕਰਕੇ ਸਾਰਿਆਂ ਦੀ ਆਪਣੀ ਹੱਦਬੰਦੀ ਹੈ ਤਾਕਤ ਦੀ। ਕੋਈ ਕਿਸੇ ਨਗਰ ਦਾ ਪੰਚ ਹੈ, ਕਿਸੇ ਸ਼ਹਿਰ ਦਾ ਕੋਈ ਮੁਖੀ ਹੈ, ਕੋਈ ਪੂਰੇ ਰਾਜ ਦਾ ਮੁਖੀ ਹੈ, ਕੋਈ ਪੂਰਾ ਦੇਸ਼ ਦਾ ਮੁਖੀ ਹੈ, ਪਰ ਉਹਨਾਂ ਦਾ ਹੁਕਮ ਉਹ ਇੱਕ ਦੇਸ਼ ਦੀ ਹੱਦ ਤੀਕਰ ਚੱਲਦਾ, ਸਾਰੀ ਦੁਨੀਆ ਤੇ ਹੁਕਮ ਨਹੀਂ ਚੱਲਦਾ। ਮਾਲਕ ਐਸਾ ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ। ਉਹ ਕਹਿੰਦੇ ਵੀ ਪਾਤਸ਼ਾਹ ਕੈਸਾ ਹੈ, ਵੱਡਿਆਂ ਤੋਂ ਵੱਡਾ ਪਾਤਸ਼ਾਹ ਹੈ, ਜਿਹਦੇ ਸੀਸ ਦੇ ਉੱਤੇ ਸਦਾ ਹੀ ਜਸ ਰੂਪੀ ਛਤਰ ਝੁੱਲਦਾ। ਉਹ ਮਾਲਕ ਪਾਤਸ਼ਾਹਾਂ ਦਾ ਪਾਤਸ਼ਾਹ ਵੀ ਹੈ ਅਤੇ ਮਾਲਕ ਸ਼ਾਹੂਕਾਰਾਂ ਦੇ ਸਿਰ ਤੇ ਸ਼੍ਰੋਮਣੀ ਸ਼ਾਹੂਕਾਰ ਹੈ। ਇਸ ਕਰਕੇ ਉਸ ਵਾਹਿਗੁਰੂ ਦੀ ਸਰਕਾਰ ਦੇ ਆਪਣੇ ਆਪ ਨੂੰ ਮੈਂਬਰ ਬਣਾਓ, ਉਸ ਮਾਲਕ ਦੀ ਸਰਕਾਰ ਉਹਦੇ ਹੁਕਮ ਵਿੱਚ ਆ ਜਾਓ, ਉਸ ਸ਼ਾਹੂਕਾਰ ਦੇ ਚਰਨਾਂ ਦੇ ਨਾਲ ਲੱਗ ਜਾਓ, ਸੁਖੀ ਮਿਲੇਗਾ। ਫੇਰ ਚਰਨ ਕਮਲ ਕਾ ਆਸਰਾ, ਐਵੇਂ ਅਰਦਾਸ ਵੀ ਕਰੋ ਨਾਲ ਨਾਲ, ਹੇ ਸਤਿਗੁਰੂ ਸਾਹਿਬ, ਹੇ ਵਾਹਿਗੁਰੂ ਜੀ, ਸਾਨੂੰ ਤੁਹਾਡੇ ਚਰਨ ਕਮਲਾਂ ਦਾ ਹੀ ਆਸਰਾ ਹੈ, ਜਿਹੜੇ ਕਮਲ ਵਰਗੇ ਨਿਰਲੇਪ ਨੇ। ਜਿਵੇਂ ਪਾਣੀ ਦੇ ਵਿੱਚ ਕਮਲ ਉਗਦਾ ਦੇ ਚਿੱਕੜ 'ਚ ਪਾਣੀ 'ਚ ਰਹਿੰਦੇ ਆ ਵੀ ਉੱਪਰ ਉੱਠ ਕੇ ਰਹਿੰਦਾ ਹੈ, ਇਸ ਤਰ੍ਹਾਂ ਮਹਾਰਾਜ ਤੁਹਾਡੇ ਚਰਨ ਸੰਸਾਰ ਦੇ ਵਿੱਚੋਂ ਨਿਰਲੇਪ ਕਰਨ ਵਾਲੇ ਹਨ, ਜਿਹੜੇ ਸਿੱਖ ਤੁਹਾਡੇ ਚਰਨਾਂ ਦਾ ਆਸਰਾ ਲੈਣ। ਤੇ ਵਾਹਿਗੁਰੂ ਜੀਓ, ਮੈਨੂੰ ਆਪ ਜੀ ਦੇ ਜੋ ਪਵਿੱਤਰ ਚਰਨ ਕਮਲ ਹਨ, ਕਮਲ ਵਰਗੇ, ਉਹਨਾਂ ਦਾ ਹੀ ਆਸਰਾ। ਸਾਨੂੰ ਤਾਂ ਤੁਹਾਡੇ ਚਰਨਾਂ ਦਾ ਸਹਾਰਾ ਹੋ, ਦੁਨੀਆ ਨੂੰ ਕਿਸੇ ਦਾ ਸਹਾਰਾ ਕੋਈ ਕਿਸੇ ਦਾ ਮੰਨੀ ਬੈਠਾ ਹੋ, ਸਾਨੂੰ ਤਾਂ ਤੁਹਾਡੇ ਚਰਨਾਂ ਦਾ ਹੀ ਸਹਾਰਾ ਹੈ, ਦੂਜਾ ਨਾਹੀ ਠਾਓ। ਸਾਡੇ ਲਈ ਤਾਂ ਮਹਾਰਾਜ ਤੁਹਾਡੇ ਤੋਂ ਬਗੈਰ ਕੋਈ ਦੂਜੀ ਥਾਂ ਵੀ ਹੈ ਨਹੀਂ ਜਿੱਥੇ ਸਾਨੂੰ ਕਿਤੇ ਢੋਈ ਮਿਲ ਸਕੇ। ਅਸੀਂ ਆਪ ਜੀ ਦੇ ਚਰਨਾਂ ਨੂੰ ਹੀ ਆਪਣਾ ਢੋਈ ਦਾ ਸਥਾਨ,
ਆਪਣਾ ਸੁੱਖ ਦਾ ਥਾਂ ਮੰਨਿਆ ਹੋਇਆ ਹੈ। ਤੁਹਾਡੇ ਤੋਂ ਬਿਨਾ ਕੋਈ ਦੂਜੀ ਜਗ੍ਹਾ ਹੈ ਹੀ ਨਹੀਂ ਜਹਾਨ ਵਿੱਚ। ਮੈਂ ਧਰ ਤੇਰੀ ਪਾਰ ਬ੍ਰਹਮ। ਧਰ ਹੁੰਦਾ ਹੈ ਸਾਧ ਸੰਗਤ, ਧਿਰ ਧਿਰ ਦਾ ਭਾਵ ਹੁੰਦਾ ਹੈ ਆਸਰਾ। ਲੋਕ ਧਿਰਾਂ ਨਾਲ ਜੁੜਦੇ ਆ, ਲੋਕ ਕਈ ਤਰ੍ਹਾਂ ਦੇ ਜਥੇਬੰਦੀਆਂ ਨਾਲ ਜੁੜਦੇ ਆ ਵੀ ਕਿਤੇ ਕੋਈ ਸਾਡੀ ਬਾਂਹ ਫੜੂ, ਕੋਈ ਸਾਡਾ ਵਾਲੀ ਵਾਰਸ ਬਣੂਗਾ, ਕੋਈ ਆਸਰਾ ਲੈਂਦੇ ਨੇ ਵੀ ਆਖਣਗੇ ਜੇ ਮੁਸ਼ਕਲ ਆਊ ਵੀ ਇਹ ਫਲਾਨਿਆਂ ਦਾ ਹੈ ਤਾਂ ਉਹ ਮੇਰੇ ਮਗਰ ਤਾਂ 4 ਜਾਣੇ ਖੜਨਗੇ ਨਾ। ਐਵੇਂ ਲੋਕ ਕਈ ਪਾਰਟੀਆਂ ਨਾਲ ਜੁੜਦੇ ਹਨ, ਕਈ ਜਥੇਬੰਦੀਆਂ ਨਾਲ ਜੁੜਦੇ ਹਨ ਆਪਣਾ ਆਸਰਾ ਭਾਲਣ ਵਾਸਤੇ ਵੀ ਸਾਡੇ ਵੱਲ ਵੀ ਕੋਈ ਖੜੇ ਜਦੋਂ ਮੁਸ਼ਕਲ ਬਣੇ। ਪਰ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਧਰ ਤੇਰੀ ਪਾਰ ਬ੍ਰਹਮ। ਪਾਪਾਂ ਪੁੰਨਾਂ ਤੋਂ ਪਰੇ ਦੇ ਬ੍ਰਹਮ ਵਿਆਪਕ ਵਾਹਿਗੁਰੂ, ਮੈਨੂੰ ਤੇਰੀ ਹੀ ਧਰ ਹੈ ਮਹਾਰਾਜ, ਤੇਰੀ ਟੇਕ ਹੈ, ਤੇਰਾ ਹੀ ਆਸਰਾ ਹੈ। ਤੇਰੇ ਤੇ ਮਹਾਰਾਜ ਆਸ ਲਾਈ ਹੋਈ ਹੈ ਵੀ ਲੋਕ ਪਰਲੋਕ ਵਿੱਚ ਜਦੋਂ ਮਦਦ ਪਵੇਗੀ, ਲੋੜ ਪਵੇਗੀ, ਉਦੋਂ ਤੂੰ ਹੀ ਪਾਤਸ਼ਾਹ ਸਾਡਾ ਮਦਦਗਾਰ, ਸਾਡਾ ਰਖਵਾਲਾ ਹੋਵੇਗਾ। ਇਸ ਕਰਕੇ ਤੁਹਾਡੀ ਟੇਕ ਹੀ ਅਸੀਂ ਧਾਰਨ ਕੀਤੀ ਹੈ। ਤੇਰਾ ਤਾਣ ਰਹਾਓ, ਤੇਰਾ ਤਾਣ ਰਹਾਓ, ਤੁਹਾਡੇ ਦਿੱਤੇ ਹੋਏ ਤਾਣ ਕਰਕੇ ਹੀ ਰਹਾਓ ਅਸੀਂ ਮਹਾਰਾਜ ਰਹਿੰਦੇ ਹਾਂ। ਸਾਡੇ ਸਰੀਰ ਵਿੱਚ ਵੀ ਤੁਹਾਡਾ ਹੀ ਬਖਸ਼ਿਆ ਹੋਇਆ ਤਾਣ ਹੈ ਨਾ। ਆ ਤੁਸੀਂ ਜੋਤ ਅੰਦਰ ਬਖਸ਼ੀ ਹੈ, ਜਦੋਂ ਖਿੱਚ ਲਵੋ ਫਿਰ ਆਪਣੇ ਆਪ ਸਰੀਰ ਤਾਂ ਇੱਥੇ ਹੀ ਰਹਿ ਜਾਂਦਾ ਨਾ ਸਾਧ ਸੰਗਤ, ਜਦੋਂ ਜੋਤ ਨਿਕਲਦੀ ਹੈ। ਕਿ ਜੇ ਕੋਈ ਇਹ ਮਾਣ ਕਰੇ ਵੀ ਸਾਡੀ ਕੋਈ ਆਪਣੀ ਤਾਕਤ ਹੈ, ਸਰੀਰ ਤਾਂ ਅੰਗ ਪ੍ਰਤੰਗ ਸਾਰਾ ਕੁਝ ਹਾਲਾਂ ਉਸੇ ਤਰ੍ਹਾਂ ਹੀ ਹੈ, ਉਹਦੇ ਵਿੱਚ ਕੋਈ ਆਪਣੀ ਜੇ ਕਿਸੇ ਦੀ ਸ਼ਕਤੀ ਹੈ ਫਿਰ ਉਹ ਕੰਮ ਕਿਉਂ ਨਹੀਂ ਕਰਦੀ। ਕੋਈ ਵਰਤਾਲੇ ਆਪਣਾ ਜ਼ੋਰ ਜੇ ਕਿਸੇ ਦਾ ਹੈ, ਅੱਖਾਂ ਵੀ ਹੈਗੀਆਂ ਨੇ, ਹੱਥ ਪੈਰ, ਸਰੀਰ ਵੀ ਗਰਮੀ ਹੁੰਦਾ, ਸਵਾਸ ਰੁਕ ਵੀ ਜਾਣ ਸਰੀਰ ਫਿਰ ਵੀ ਕਿੰਨਾ ਚਿਰ ਗਰਮੀ ਰਹਿੰਦਾ। ਵੀ ਤੂੰ ਆਪਣੇ ਆਪ ਤੋਰ ਲੈ ਫਿਰ ਇਹਨੂੰ ਜੇ ਤੇਰੀ ਤਾਕਤ ਹੈ। ਕਈ ਕਹਿਣਗੇ ਵੀ ਅਸੀਂ ਨਹੀਂ ਕਿਸੇ ਨੂੰ ਮੰਨਦੇ, ਵੀ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਮਰਦੇ ਕਿਉਂ ਹਨ? ਤੁਹਾਡੇ ਵੱਡੇ ਵਡੇਰੇ ਕਿਉਂ ਮਰ ਗਏ? ਫਿਰ ਲੋਕ ਮਰਦੇ ਕਿਉਂ? ਜਿਹੜੇ ਤੁਹਾਡੇ ਨਾਲ ਸਾਂਝ ਰੱਖਦੇ ਉਹਨਾਂ ਨੂੰ ਮਰਨ ਹੀ ਨਾ ਦਿਓ। ਅਖੀਰ ਤਾਂ ਕਹਿਣਾ ਪਊਗਾ ਨਾ ਵੀ ਇਹ ਸਰੀਰ ਨੂੰ ਆਸਰਾ ਵਾਹਿਗੁਰੂ ਦਾ ਹੀ ਹੈ। ਤੇ ਪੰਚਮ ਪਾਤਸ਼ਾਹ ਕਹਿੰਦੇ, ਹੇ ਮਹਾਰਾਜ, ਇਹ ਸਰੀਰ ਕਰਕੇ ਵੀ ਅਸੀਂ ਤੁਹਾਡੇ ਆਸਰੇ ਹੀ ਰਹਿੰਦੇ ਹਾਂ, ਤੇ ਸਾਡੇ ਮਨ ਨੂੰ ਵੀ ਤੁਹਾਡਾ ਹੀ ਸਹਾਰਾ ਆਸਰਾ ਹੈ। ਜਿਹੜਾ ਮਨ ਇੱਧਰ ਡਿੱਕੋ ਡੋਲੇ ਖਾਂਦਾ ਹੈ 4 ਸਫੇਰੇ, ਇਸ ਮਨ ਨੂੰ ਮਹਾਰਾਜ ਇਕਾਗਰ ਕਰਨ ਵਾਲੇ ਵੀ ਆਪ ਜੀ ਹੀ ਹੋ। ਨਿਮਾਣਿਆ ਪ੍ਰਭ ਮਾਣ ਤੂੰ। ਹੇ ਪ੍ਰਭੂ ਪਾਤਸ਼ਾਹ ਜੀ, ਨਿਮਾਣੇ ਆ ਜਿਹੜੇ ਨਿਮਾਣੇ ਹਨ, ਨਿਮਰਤਾ ਰੱਖਣ ਵਾਲੇ, ਜਾਂ ਨਿਮਾਣੇ ਜਿਨ੍ਹਾਂ ਨੂੰ ਕੋਈ ਲੋਕ ਮਾਣ ਨਹੀਂ ਦਿੰਦਾ, ਜਿਵੇਂ ਪ੍ਰੇਮੇ ਕੋੜੀ ਵਰਗਿਆਂ ਨੂੰ ਨਗਰ ਤੋਂ ਬਾਹਰ ਹੀ ਕੱਢਿਆ ਹੋਇਆ ਸੀ, ਕੋਈ ਲਾਗੇ ਨਹੀਂ ਸੀ ਲਾਉਂਦਾ। ਧੰਨ ਗੁਰੂ ਅਮਰਦਾਸ ਸਾਹਿਬ ਨੇ ਉਹਨਾਂ ਦਾ ਰੋਗ ਵੀ ਦੂਰ ਕੀਤਾ ਅਤੇ ਫਿਰ ਉਹਨਾਂ ਨੂੰ ਮੁੱਖ ਸਿੱਖਾਂ ਦੇ ਵਿੱਚ 22 ਮੰਜੀਆਂ ਦੇ ਵਿੱਚ ਸਥਾਪਨ ਕਰਕੇ ਕਹਿ ਦਿੱਤਾ ਵੀ ਜਿਹੜਾ ਇਹਨਾਂ ਦਾ ਨਾਮ ਜਪੂਗਾ, ਸੀਹੇ ਗੁਰਸਿੱਖ ਦੀ ਧੀ ਦੇ ਨਾਲ ਵਿਆਹ ਕਰਕੇ, ਤੇ ਪਾਤਸ਼ਾਹ ਨਾਮ ਵੀ ਮਥੋ ਮੁਰਾਰੀ ਰੱਖ ਦਿੱਤਾ ਵੀ ਜਿਹੜਾ ਇਸ ਜੋੜੀ ਦਾ ਨਾਮ ਜਪੂਗਾ ਉਹਦਾ ਜਮਾਂ ਦਾ ਡਰ ਨਹੀਂ ਰਹੂਗਾ। ਜਿਹੜੇ ਬਿਲਕੁਲ ਨਿਮਾਣੇ ਹਨ, ਕੋਈ ਮਾਣ ਨਹੀਂ ਦਿੰਦਾ। ਜਿਵੇਂ ਚੌਥੇ ਪਾਤਸ਼ਾਹ ਕਹਿੰਦੇ ਵੀ ਸਾਡੀ ਹਾਲਤ ਇਹ ਸੀ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕਹਿੰਦੇ ਵੀ ਕੋਈ ਗੱਲ ਪੁੱਛਣ ਨੂੰ ਤਿਆਰ ਨਹੀਂ ਸੀ ਵੀ ਤੈਨੂੰ ਲੋੜ ਕੀ ਹੈ। ਕੋਈ ਇੰਨਾ ਵੀ ਸਹਾਰਾ ਨਹੀਂ ਸੀ ਦਿੰਦਾ, ਕੋਈ ਹਾਥੀ ਮੋਢੇ ਤੇ ਰੱਖ ਕੇ ਕਹਿ ਦੇ ਵੀ ਕੋਈ ਨਾ ਵੀ ਅਸੀਂ ਤੇਰੇ ਨਾਲ ਹਾਂ, ਵੀ ਭਾਵੇਂ ਮਦਦ ਨਾ ਵੀ ਕਰੇ, ਕੋਈ ਇੰਨਾ ਹੀ ਬੋਲਣ ਨੂੰ ਤਿਆਰ ਨਹੀਂ ਸੀ। ਕਹਿੰਦੇ ਹਮ ਰੁਲਤੇ ਫਿਰਤੇ, ਜਿਵੇਂ ਕੀੜੀਆਂ ਕਾਢੇ ਰੁਲਦੇ ਫਿਰਦੇ ਨੇ ਨਾ ਵਿਚਾਰੇ ਰਾਹਾਂ ਦੇ ਵਿੱਚ, ਜਿਹੜਾ ਮਰਜ਼ੀ ਆਇਆ ਤੇ ਪੈਰਾਂ ਨਾਲ ਟੈਰਾਂ ਨਾਲ ਮਸਲ ਦਸਲ ਕੇ ਅੱਗੇ ਲੰਘ ਜਾਂਦਾ, ਐਵੇਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕੋਈ ਸਾਡਾ ਹਾਲ ਚਾਲ ਜਾਣਨ ਦੀ ਵੀ ਇੱਛਾ ਨਹੀਂ ਸੀ ਰੱਖਦਾ ਵੀ ਅਸੀਂ ਮਰ ਗਏ ਹਾਂ ਤਾਂ ਹੈਗੇ ਐ, ਪਰ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦੋਂ ਗੁਰੂ ਸਤਿਗੁਰੂ ਮਹਾਰਾਜ ਦੀ ਸੰਗਤ ਵਿੱਚ ਆਏ, ਜਦੋਂ ਤੀਸਰੇ ਪਾਤਸ਼ਾਹ ਦੇ ਸੰਪਰਕ ਵਿੱਚ ਆਏ, ਹੈਗੇ ਤਾਂ ਕੀੜਿਆਂ ਵਾਂਗ ਰੋਲਣ ਵਾਲੇ ਸਾਂ, ਪਰ ਮਹਾਰਾਜ ਸਾਹਿਬ ਨੇ ਸਾਨੂੰ ਉੱਚੇ ਸਿੰਘਾਸਣ ਤੇ ਸਥਾਪਨ ਕਰ ਦਿੱਤਾ। ਐਸੇ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ ਵਾਹਿਗੁਰੂ, ਜਿਨ੍ਹਾਂ ਨੂੰ ਕੋਈ ਪੁੱਛੇ ਗਿੱਛੇ ਨਾ, ਜਿਨ੍ਹਾਂ ਨੂੰ ਕੋਈ ਲਾਗੇ ਨਾ ਬਹਿਣ ਦੇਵੇ। ਪੁੱਛਣ ਦੀ ਤਾਂ ਗੱਲ ਦੂਰ ਹੈ, ਜਿਨ੍ਹਾਂ ਨੂੰ ਕੋਈ ਆਪਣੇ ਲਾਗੇ ਵੀ ਨਾ ਬਹਿਣ ਦੇਵੇ, ਆਖੇ ਚੱਲ ਉੱਠ ਤੇਰਾ ਕੰਮ ਹੀ ਕੋਈ ਨਹੀਂ ਸਾਡੇ ਲਾਗੇ ਆਉਣ ਦਾ। ਬਿਲਕੁਲ ਜਿਹੜੇ ਰੁਲਦੇ ਖੁੱਲਦੇ ਹਨ,
ਉਹਨਾਂ ਨੂੰ ਪ੍ਰਭੂ ਪਾਤਸ਼ਾਹ ਜੀਓ ਤੂੰ ਮਾਣ ਬਖਸ਼ਣ ਵਾਲਾ ਹੈ, ਉਹਨਾਂ ਨੂੰ ਤੂੰ ਵਡਿਆਈਆਂ ਬਖਸ਼ਣ ਵਾਲਾ ਹੈ। ਇੱਕ ਤਾਂ ਸੰਸਾਰੀ ਮਾਣ ਸਨਮਾਨ ਦਿੰਦਾ ਏ, ਦੂਸਰਾ ਜਿਹੜੇ ਨਿਮਾਣੇ ਨੇ ਨਿਮਰਤਾਵਾਨ ਹਨ, ਜਿਹੜੇ ਨਿਮਰ ਹੋ ਕੇ ਰਹਿੰਦੇ ਨੇ, ਉਹਨਾਂ ਨੂੰ ਤੂੰ ਬ੍ਰਹਮ ਗਿਆਨ ਰੂਪੀ ਮਾਣ, ਉਹਨਾਂ ਨੂੰ ਆਪਣੇ ਸਰੂਪ ਦੀ ਸੋਝੀ ਰੂਪੀ ਗਿਆਨ ਰੂਪੀ ਮਾਣ ਤਾਣ ਬਖਸ਼ਣ ਵਾਲਾ ਹੈ। ਤੇਰੇ ਸੰਗ ਸਮਾਓ ਤੇ ਪਾਤਸ਼ਾਹ ਕਿਰਪਾ ਕਰ ਅਸੀਂ ਤੇਰੇ ਸਰੂਪ ਦੇ ਨਾਲ ਹੀ ਸਮਾਓ ਸਮਾਏ ਰਹੀਏ, ਸਦਾ ਹੀ ਤੇਰੇ ਚਰਨਾਂ ਵਿੱਚ ਲੀਨ ਰਹੀਏ, ਕਿਉਂਕਿ ਸਾਡਾ ਆਸਰਾ ਹੀ ਤੂੰ ਹੈ। ਹਰ ਜਪੀਐ ਆਰਾਧੀਐ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਨੇ ਇਸ ਕਰਕੇ ਭਾਈ ਹਰੀ ਹੀ ਜਦੋਂ ਸਭ ਕੁਝ ਕਰਨ ਵਾਲਾ ਹੈ, ਫਿਰ ਹੋਰ ਲੋਕਾਂ ਦੇ ਕਿਉਂ ਐਵੇਂ ਗੁਣ ਗਾਉਂਦੇ ਰਹਿੰਦੇ ਹੋ, ਫਲਾਨਾ ਹੋ ਤੇ ਫਲਾਨਾ ਹੋ। ਨਾ ਕਿਸੇ ਦੀ ਨਿੰਦਾ 'ਚ ਸਮਾਂ ਖਰਾਬ ਕਰੋ ਤੇ ਨਾ ਕਿਸੇ ਗੁਣ ਗਾਉਣ ਵਾਲੇ ਪਾਸੇ ਲੱਗੋ। ਕਿਹਦੇ ਗਾਈਏ ਫਿਰ? ਕਹਿੰਦੇ ਹਰ ਜਪੀ ਐ ਆਰਾਧੀ ਐ, ਰਸਨਾ ਕਰਕੇ ਵੀ ਹਰੀ ਪਰਮੇਸ਼ਰ ਦੇ ਹੀ ਜਾਪ ਨੂੰ ਜਪਣਾ ਕਰੀਏ, ਦਿਲ ਕਰਕੇ ਵੀ ਮਨ ਕਰਕੇ ਵੀ ਹਰੀ ਦਾ ਹੀ ਆਰਾਧੀਏ ਆਰਾਧਨ ਕਰੀਏ। ਆਠ ਪਹਿਰ ਗੋਵਿੰਦ ਗੱਲ ਕੀ ਅੱਠੇ ਪੈਰ ਜੇ ਕਿਸੇ ਨੂੰ ਚੇਤੇ ਕਰਨਾ ਹੈ ਤਾਂ ਉਹ ਗੋਵਿੰਦ ਮਾਲਕ ਨੂੰ ਕਰਿਆ ਕਰ, ਵਾਹਿਗੁਰੂ ਦੇ ਗੁਣ ਗਾਇਆ ਕਰ। ਜੀ ਪ੍ਰਾਣ ਤਨ ਧਨ ਰੱਖੇ ਵੇਖ ਜਿਸ ਵਾਹਿਗੁਰੂ ਨੇ ਜੀ ਆ ਸਾਨੂੰ ਜਿੰਦ ਦਿੱਤੀ ਹੈ, ਪ੍ਰਾਣ ਆ ਸਵਾਸ ਜਿਹਦੇ ਆਸਰੇ ਚੱਲ ਰਹੇ ਨੇ, ਤਨ ਸਰੀਰ ਪੰਜਾਂ ਤੱਤਾਂ ਦਾ ਬਣਾ ਕੇ, ਪੰਜ ਸਥੂਲ ਪੰਜ ਸੂਖਮ ਤੱਤਾਂ 25 ਪ੍ਰਕਿਰਤੀਆਂ ਦਾ ਬਣਾ ਕੇ ਸਰੂਪ ਸਾਨੂੰ ਜਿਹੜਾ ਸਰੀਰ ਦਿੱਤਾ ਹੈ, ਅਤੇ ਧਨ ਇਹ ਸਭ ਕੁਝ ਉਸ ਮਾਲਕ ਨੇ ਦਿੱਤਾ ਤੇ ਰੱਖੇ। ਫਿਰ ਆਪ ਹੀ ਇਸ ਚੀਜ਼ ਦੀ, ਆਪ ਹੀ ਇਹਨਾਂ ਵਸਤੂਆਂ ਦੀ ਰੱਖਿਆ ਕਰਦਾ ਹੈ ਮਾਲਕ। ਜਿੰਦ ਜਾਨ ਪ੍ਰਾਣ ਸਰੀਰ ਦਾ ਰੱਖਿਅਕ ਵੀ ਆਪ ਹੀ ਬਣਦਾ ਏ। ਕਰ ਕਿਰਪਾ ਰਾਖੀ ਜਿੰਦ ਵੇਖੋ ਕਿਰਪਾ ਕਰਕੇ ਉਸ ਮਾਲਕ ਨੇ ਆਪ ਹੀ ਆਪਣੇ ਸੰਤ ਭਗਤਾਂ ਦੀ ਜਿੰਦ ਦਾ ਅਰਥ ਇੱਥੇ ਬੁੱਧ ਹੈ, ਜਿਹੜੀ ਬੁੱਧ ਹੈ ਉਹ ਮਾੜੇ ਪਾਸੇ ਜਾਣ ਵੱਲੋਂ ਰੱਖ ਲਈ ਹੈ। ਆਪ ਹੀ ਮਹਾਰਾਜ ਸਾਹਿਬ ਜੀ ਨੇ ਕਿਉਂਕਿ ਰੱਖਿਆ ਕੀਤੀ ਹੈ ਤੇ ਚੰਗੀ ਅਕਲ ਬਖਸ਼ ਦਿੱਤੀ। ਚੰਗੀ ਮੱਤ ਜਿਹੜੀ ਹੈ ਨਾ, ਇਹ ਵੀ ਸਾਧ ਸੰਗਤ ਜੀ ਤਾਂ ਹੀ ਆਉਂਦੀ ਹੈ ਜੇ ਮਾਲਕ ਰਹਿਮਤ ਕਰੇ। ਵਾਹਿਗੁਰੂ ਦੀ ਕਿਰਪਾ ਬਿਨਾ ਬੰਦੇ ਨੂੰ ਅਕਲ ਵੀ ਨਹੀਂ ਆਉਂਦੀ, ਭਾਵੇਂ ਜਿੰਨਾ ਮਰਜ਼ੀ ਕੋਈ ਜ਼ੋਰ ਲਾਵੇ ਵੀ ਮੈਂ ਖੁਦ ਸਿਆਣਾ ਬਣ ਜਾ ਜਾਂ ਕਿਸੇ ਨੂੰ ਸਿਆਣਾ ਬਣਾ ਦੇਵਾਂ। ਉਸ ਵਾਹਿਗੁਰੂ ਦਾ ਸ਼ੁਕਰਾਨਾ ਹੈ ਜਿਹਨੇ ਆਪਣੀ ਰਹਿਮਤ ਕਰਕੇ ਰਾਖੀ ਜਿੰਦ। ਸਾਡੀ ਇਹ ਜਿਹੜੀ ਜਿੰਦ ਬੁੱਧ ਹੈ ਇਹ ਵਿਸ਼ੇ ਵਕਾਰਾਂ ਦੇ ਵਿੱਚ ਫਸਣ ਤੋਂ ਰੱਖ ਲਈ ਹੈ, ਜਾਂ ਜਿੰਦ ਤੋਂ ਭਾਵ ਹੈ ਚੇਤਨ ਸੱਤਾ ਜਿਹੜੀ ਹੈ ਉਹ ਸਾਡੀ ਰੱਖ ਲਈ ਹੈ, ਜਾਂ ਜਿੰਦ ਸਾਡਾ ਜੀਵ ਆਤਮਾ ਇਹ ਟੇਢੀਆਂ ਜੂਨਾਂ ਦੇ ਵਿੱਚ ਪੈਣ ਵੱਲੋਂ ਰੱਖ ਲਿਆ ਹੈ ਮਾਲਕ ਨੇ ਆਪ ਹੀ। ਨਾਨਕ ਸਗਲੇ ਦੁਖ ਉਤਾਰਿਆਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹਨੇ ਵੀ ਵਾਹਿਗੁਰੂ ਦੇ ਚਰਨ ਕਮਲਾਂ ਦਾ ਆਸਰਾ ਲਿਆ, ਉਹਦੇ ਸਾਰੇ ਹੀ ਜਿਹੜੇ ਦੁੱਖ ਪਿਛਲੇ ਕੀਤੇ ਐਬ ਸਨ, ਗੁਨਾਹ ਸਨ, ਉਹ ਵੀ ਸਾਰੇ ਉਤਾਰ ਦਿੱਤੇ, ਉਹ ਵਰਕਾ ਹੀ ਪਾੜ ਦਿੱਤਾ। ਅਤੇ ਫਿਰ ਜਿਵੇਂ ਸ਼ਬਦ ਸਪਰਸ ਰੂਪ ਰਸ ਗੰਧ ਆਦਿਕ ਇਹ ਵੀ ਦੋਸ਼ ਹੀ ਹਨ, ਦੁੱਖ ਹੀ ਹਨ, ਇਹ ਵੀ ਸਾਰੇ ਦੁੱਖ ਮਾਲਕ ਨੇ ਉਤਾਰ ਦਿੱਤੇ ਨੇ, ਕਿਉਂਕਿ ਦੋਸ਼ਾਂ ਕਰਕੇ ਬੰਦਾ ਡੁੱਬਦਾ ਹੈ। ਜਿਵੇਂ ਕਹਿੰਦੇ ਨਾ ਵੀ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹ ਤਾਂ ਇੱਕ ਇੱਕ ਔਗਣ ਹੋਣ ਕਰਕੇ ਨਾਸ ਹੋ ਜਾਂਦੇ ਨੇ, ਹਾਥੀ ਹਿਰਨ ਪਤੰਗਾ ਆਦਿਕ। ਪਰ ਪੰਚ ਦੋਖ ਅਸਾਧ ਜਾਮ ਹੈ ਤਾਕੀ ਕੇਤ ਕੇ ਆਸ। ਜਿਹੜੇ ਨਹੀਂ ਸਾਧੇ ਜਾਂਦੇ ਪੰਜੇ ਦੋਖ ਪੰਜੇ ਐਬ ਇਹ ਇਕੱਠੇ ਹੀ ਮਨੁੱਖ ਦੇ ਅੰਦਰ ਨੇ। ਕਹਿੰਦੇ ਵੀ ਇਹਨਾਂ ਦੇ ਬਚਣ ਦੀ ਆਸ ਕੀ ਹੋ ਸਕਦੀ ਹੈ? ਆਸ ਤਾਂ ਇਹੀ ਹੈ ਵੀ ਹੁਣ ਪਰਮੇਸ਼ਰ ਦੇ ਗੁਰਾਂ ਦੇ ਚਰਨੀ ਪੈ ਜਾਣ। ਜਿਹੜੇ ਪੈ ਗਏ ਨੇ ਫਿਰ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਦੇ ਸਾਰੇ ਹੀ ਦੋਸ਼ ਐਬ ਜਿਹੜੇ ਹਨ ਉਤਾਰ ਦਿੱਤੇ, ਲਾਹ ਦਿੱਤੇ ਹਨ ਉਹਨਾਂ ਦੇ ਗਲੋਂ। ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਕਿਉਂਕਿ ਸਾਧ ਸੰਗਤ ਜੀ ਜਿਹੜਾ ਪ੍ਰਭੂ ਪਰਮੇਸ਼ਰ ਹੈ ਨਾ, ਜੋ ਪਾਪਾਂ ਪੁੰਨਾਂ ਤੋਂ ਪਰੇ ਤੇ ਵਿਆਪਕ ਹੈ, ਉਹ ਵਾਹਿਗੁਰੂ ਸਦਾ ਹੀ ਬਖਸ਼ਿੰਦ ਹੈ। ਇਹ ਠੀਕ ਹੈ ਵੀ ਅਸੀਂ ਜਦੋਂ ਗਲਤੀ ਕਰਦੇ ਹਾਂ, ਵਕਾਰ ਭੋਗਦੇ ਹਾਂ, ਪਾਪ ਕਰਦੇ ਹਾਂ, ਮਾਲਕ ਨੂੰ ਨਹੀਂ ਚੰਗਾ ਲੱਗਦਾ। ਪਰ ਉਹ ਐਸਾ ਵੀ ਨਹੀਂ ਹੈ ਵੀ ਜੇ ਅਸੀਂ ਗੁਨਾਹ ਮਾਫ ਕਰਾਈਏ, ਜੇ ਆਖੀਏ ਬਖਸ਼ ਲਓ, ਅੱਗੇ ਚੰਗਾ ਜੀਵਨ ਦਿਓ, ਤਾਂ ਬਖਸ਼ਦਾ ਨਹੀਂ। ਇਦਾਂ ਦਾ ਨਹੀਂ ਹੈ ਜਿਵੇਂ ਦੁਨੀਆ ਦੇ ਲੋਕ ਹੁੰਦੇ ਨਾ ਵੀ ਬਸ ਜਿੱਦ ਤੇ ਅੜ ਗਏ ਤਾਂ ਅੜ ਗਏ। ਤੂੰ ਗਲਤੀ ਕੀਤੀ ਤਾਂ ਕੀਤੀ ਕਿਵੇਂ, ਬਸ
ਉਹ ਕਹਿੰਦੇ ਵੀ ਹੁਣ ਨਹੀਂ ਬਖਸ਼ਣਾ। ਸਾਰਾ ਜ਼ੋਰ ਲਾ ਦਿੰਦੇ ਨੇ ਉਹ ਨੁਕਸਾਨ ਕਰਨ ਵਾਸਤੇ ਦੁਨੀਆ ਦੇ ਵਿੱਚ। ਕੋਈ ਗੁਨਾਹ ਕਰ ਬਵੇ, ਕੋਈ ਐਬ ਕਰ ਬਹੇ, ਭਾਵੇਂ ਲੱਖ ਮਾਫੀਆਂ ਮੰਗੇ, ਤਾਂ ਬਹੁਤੇ ਲੋਕ ਐਸੇ ਹੀ ਨੇ ਜਿਹੜੇ ਗੁਨਾਹ ਮਾਫ ਨਹੀਂ ਕਰਦੇ। ਆਪ ਕਰਨ ਤਾਂ ਕਹਿਣਗੇ ਫਿਰ ਕੀ ਹੋ ਗਿਆ, ਦੂਜਾ ਕਰੇ ਤਾਂ ਕਹਿੰਦੇ ਇਹਨੂੰ ਨਾ ਬਖਸ਼ਿਓ, ਇਹਨੂੰ ਜਾਣ ਨਾ ਦਿਓ ਹੁਣ। ਪਰ ਪਰਮੇਸ਼ਰ ਐਸਾ ਨਹੀਂ ਹੈ। ਜੇ ਅਸੀਂ ਮਾੜੇ ਕੰਮ ਕਰਦੇ ਹਾਂ ਤਾਂ ਸਖਤ ਨਾਰਾਜ਼ ਹੁੰਦਾ ਸਾਡੇ 'ਤੇ। ਵਾਹਿਗੁਰੂ ਬਹੁਤ ਨਾਰਾਜ਼, ਇੰਨਾ ਨਾਰਾਜ਼ ਕਿ ਅਸੀਂ ਸੋਚ ਵੀ ਨਹੀਂ ਸਕਦੇ। ਬਹੁਤ ਨਾਰਾਜ਼ਗੀ ਆਉਂਦੀ ਹੈ ਵੀ ਵੇਖ ਇਹਨੂੰ ਮੈਂ ਸਰੀਰ ਬਣਾ ਕੇ ਕਿੱਡਾ ਸੋਹਣਾ ਇਹਨੂੰ ਜਨਮ ਦਿੱਤਾ ਹੈ। ਉਹਦੀ ਨਾਰਾਜ਼ਗੀ ਕਾਹਦੇ, ਈਰਖਾ ਵਸ ਨਹੀਂ। ਉਹਦੀ ਨਾਰਾਜ਼ਗੀ ਇੱਦਾਂ ਹੈ ਜਿਵੇਂ ਮਾਂ-ਬਾਪ ਕੋਈ ਬੱਚਾ ਗਲਤ ਕੰਮ ਕਰੇ ਤੇ ਬਹੁਤ ਤਾੜਦੇ ਨੇ ਨਾ, ਮਾਰ ਕੁੱਟ ਵੀ ਦਿੰਦੇ ਨੇ, ਇੱਕ ਤਰ੍ਹਾਂ ਚੰਗੀ ਤਰ੍ਹਾਂ ਝਾੜ ਝੰਮ ਵੀ ਕਰ ਦਿੰਦੇ ਨੇ ਜੇ ਬੱਚਾ ਕੋਈ ਗਲਤੀ ਕਰੇ। ਹੁਣ ਉਹਨਾਂ ਦੀ ਕੁੱਟ ਦਾ ਭਾਵ ਹੈ ਵੀ ਇਹ ਸੁਧਰ ਜਾਵੇ, ਉਹਨਾਂ ਨੂੰ ਹੁੰਦਾ ਵੀ ਇਹ ਚੰਗਾ ਬਣੇ, ਸਾਡਾ ਪੁੱਤ ਮਾੜੇ ਕੰਮਾਂ 'ਚ ਨਾ ਪਵੇ। ਇਵੇਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਬਹੁਤ ਨਾਰਾਜ਼ ਹੁੰਦੇ ਜੀਵਾਂ 'ਤੇ, ਪਰ ਉਹ ਨਾਰਾਜ਼ਗੀ ਈਰਖਾ ਵਾਲੀ ਨਹੀਂ ਹੈ। ਉਹ ਨਾਰਾਜ਼ਗੀ ਉਹ ਤਾੜਨਾ ਤਾਂ ਕਰਦੇ ਵੀ ਮੈਂ ਤੈਨੂੰ ਮਨੁੱਖ ਬਣਾ ਕੇ ਭੇਜਿਆ, ਤੂੰ ਪਸ਼ੂ ਬਣਿਆ। ਮੈਂ ਕਿਹਾ ਨਾਮ ਜਪ, ਤੂੰ ਉਹੀ ਗੰਦੀਆਂ ਗੱਲਾਂ ਵਕਾਰ, ਇਹੀ ਕੁਝ ਤੇਰੀ ਜ਼ੁਬਾਨ 'ਤੇ ਹੈ। ਮੈਂ ਕਹਿੰਦਾ ਸੰਗਤ ਕਰਿਆ ਕਰ, ਤੂੰ ਸਿਨੇਮੇ 'ਚੋਂ ਨਹੀਂ ਉੱਠਦਾ। ਉਹ ਇਹਨਾਂ ਗੱਲਾਂ 'ਤੇ ਨਾਰਾਜ਼ ਹੁੰਦਾ। ਫਿਰ ਜਦੋਂ ਕੋਈ ਆਖੇ ਮਹਾਰਾਜ ਬਖਸ਼ ਲਓ, ਭੁੱਲ ਗਏ, ਗੁਨਾਹ ਹੋ ਗਿਆ ਸੀ, ਗਲਤੀ ਹੋ ਗਈ, ਮਾਫ, ਕਹਿੰਦੇ ਫਿਰ ਕਰੇਗਾ, ਕਹਿੰਦੇ ਨਾ ਜੀ ਤੁਸੀਂ ਕਿਰਪਾ ਕਰੋ। ਫਿਰ ਮਾਲਕ ਬਖਸ਼ ਵੀ ਦਿੰਦਾ। ਫਿਰ ਨਹੀਂ ਉਹ ਧਿਆਨ ਕਰਦਾ, ਇਹ ਨਹੀਂ ਜਣਾਉਂਦਾ ਤੂੰ ਆਹ ਪਾਪ ਕੀਤਾ, ਉਹ ਕੀਤਾ, ਆਹ ਕੀਤਾ। ਉਹ ਸਭ ਕੁਝ ਇੱਕ ਜਨਮ ਦੀ ਗੱਲ ਹੀ ਕੀ ਆ, ਉਹ ਤਾਂ ਕਈਆਂ ਜਨਮਾਂ ਦੇ ਗੁਨਾਹ ਵੀ ਬਖਸ਼ ਦਿੰਦਾ ਹੈ ਜਦੋਂ ਆਪਾਂ ਉਹਦੀ ਸ਼ਰਨ ਵਿੱਚ ਪੈਂਦੇ ਹਾਂ। ਪੰਚਮ ਪਾਤਸ਼ਾਹ ਕਹਿੰਦੇ ਉਹ ਪ੍ਰਭੂ ਸਮਰੱਥ ਹੈ, ਬ੍ਰਹਮ ਵਿਆਪਕ ਹੈ, ਪਾਪਾਂ ਪੁੰਨਾਂ ਤੋਂ ਪਰੇ ਹੈ। ਤੇ ਫਿਰ ਸਭ ਤੋਂ ਵੱਡੀ ਗੱਲ ਹੈ ਵੀ ਵੱਡਾ ਤਾਕਤਵਰ ਹੈ, ਕਿਸੇ ਨੂੰ ਉਹਦੀ ਜਵਾਬਦੇਹੀ ਨਹੀਂ ਹੈ, ਕਿਸੇ ਨੂੰ ਉਹਨੇ ਲਿਖਤੀ ਕੋਈ ਉੱਤਰ ਨਹੀਂ ਦੇਣਾ ਹੁੰਦਾ, ਪਰ ਫਿਰ ਵੀ ਬਖਸ਼ਿੰਦ ਹੈ। ਵੱਡਿਆਂ ਤੋਂ ਵੱਡਾ ਹੁੰਦਿਆਂ ਵੀ ਤਰਸ ਕਰਨ ਵਾਲਾ ਹੈ, ਦਿਆਲੂ ਸਰੂਪ ਹੈ, ਕਿਰਪਾਲੂ ਸਰੂਪ ਹੈ, ਰਹੀਮ ਹੈ, ਕਿਉਂਕਿ ਉਹ ਰਾਮ ਹੈ, ਵਿਆਪਕ ਹੈ। ਐਸੇ ਵਾਹਿਗੁਰੂ ਦਾ ਆਪਾਂ ਕਿਵੇਂ ਸਾਧ ਸੰਗਤ ਫਿਰ ਓਟ ਆਸਰਾ ਛੱਡ ਸਕਦੇ ਹਾਂ। ਜਿਹੜਾ ਬਖਸ਼ਣਹਾਰ ਹੋਵੇ ਉਹਦੇ ਨਾਲ ਹੀ ਸਾਂਝ ਰੱਖਣੀ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ। ਮਹਾਰਾਜ ਨੇ ਬਾਣੀ ਜਿਹੜੀ ਆ ਉਹ ਬ੍ਰਹਮ ਅਵਸਥਾ 'ਚ ਉਚਾਰੀ ਆ। ਆਪਾਂ ਮਾਇਆਵੀ ਲੋਕ ਹਾਂ, ਸਾਡਾ ਧਿਆਨ ਕੇਂਦਰਿਤ ਮਾਇਆ ਤੀਕਰ ਹੈ, ਪਦਾਰਥਾਂ ਤੀਕਰ ਹੈ। ਕਿਵੇਂ ਸਤਿਗੁਰਾਂ ਦੀ ਬ੍ਰਹਮ ਵਿਦਿਆ ਦਾ ਅਸੀਂ ਸਾਧ ਸੰਗਤ ਵਿਖਿਆਨ ਕਰ ਸਕਦੇ ਹਾਂ, ਪਰ ਇੰਨਾ ਹੈ ਵੀ ਜਿੰਨਾ ਸਮਝ ਆਵੇ ਆਨੰਦ ਮਾਣ ਸਕਦੇ ਹਾਂ। ਤੇ ਉਹ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਨ ਤਾਂ ਕਿ ਸਾਡਾ ਵੀ ਇੱਕ ਅੱਖਰ ਵਸਣ ਦੇ ਨਾਲ, ਕੋਈ ਇੱਕ ਮਹਾਰਾਜ ਦਾ ਸ਼ਬਦ ਹਿਰਦੇ 'ਚ ਵਸਣ ਨਾਲ ਜੀਵਨ ਸਫਲਾ ਹੋ ਜਾਵੇ। ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਕਥਾ ਦੀਆਂ ਹਾਜ਼ਰੀਆਂ ਭਰਦੇ ਹਾਂ, ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ ਹਨ। ਗੁਰੂ ਸਾਹਿਬ ਦੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਜੀ ਪ੍ਰਾਣ ਤਨ ਧਨ ਰਖੇ, ਕਰ ਕਿਰਪਾ ਰਾਖੀ ਜਿੰਦ। ਨਾਨਕ ਸਗਲੇ ਦੁਖ ਉਤਾਰਿਆਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।